ਮੌਤ ਦੀ ਪਰਿਭਾਸ਼ਾ ਮਰਦਮਸ਼ੁਮਾਰੀ ਦੇ ਰਜਿਸਟਰਾਂ ਦੇ ਵਿੱਚ ਇੱਕੋ ਜਿਹੀ ਲਿਖੀ ਜਾਂਦੀ ਆ। ਠੀਕ ਆ, ਕਹਿੰਦੇ ਵੀ ਹਿੰਦੂ ਸਿੱਖ ਏਕਤਾ ਉੱਥੇ ਤੱਕ ਜ਼ਿੰਦਾਬਾਦ ਆ ਤੇ ਅਸੀਂ ਤੁਹਾਡੇ ਘਰ ਤੱਕ ਪਹੁੰਚ ਕਰ ਸਕਦੇ ਹਾਂ। ਸੋ ਘੱਟ ਗਿਣਤੀ ਭਾਈਚਾਰੇ ਦੇ ਵਿੱਚ ਪੈਦਾ ਹੋਣਾ ਤੇ ਉਸ ਭਾਈਚਾਰੇ ਦੇ ਵਿੱਚ ਮੁੱਲਣਾ, ਵਿਕਸਣਾ, ਵਿਚਰਨਾ ਕੋਈ ਗੁਨਾਹ ਨਹੀਂ ਹੈ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਉਹ ਕੁਝ ਗੱਲਾਂ ਬਾਤਾਂ ਇੱਕ ਮੁਲਾਕਾਤ ਦੇ ਰੂਪ ਵਿੱਚ ਸਾਂਝੀਆਂ ਕਰਾਂਗੇ ਜਿਸ ਦੀ ਇਸ ਵਕਤ ਅੱਜ ਦੇ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋਸ਼ਲ ਮੀਡੀਆ ਅਸੀਂ ਸਾਰੇ ਹੀ ਵਰਤਦੇ ਹਾਂ, ਪਰ ਉਹਦੀ ਕੀ ਸਾਨੂੰ ਵਰਤੋਂ ਕਰਨੀ ਆ ਗਈ ਹੈ ਕਿ ਅਸੀਂ ਨਫ਼ਰਤ ਫੈਲਾਉਣ ਤੋਂ ਇਲਾਵਾ ਉਹਦੇ ਉੱਤੇ ਕੋਈ ਚੰਗੀ ਚੀਜ਼ ਵੀ ਪੋਸਟ ਕਰਦੇ ਹਾਂ ਜਾਂ ਪੜ੍ਹਦੇ ਹਾਂ? ਕਿਉਂ ਸਾਡੇ ਕੋਲ ਜਿਹੜੇ ਵੀਡੀਓ ਆਉਂਦੇ ਨੇ ਪੋਜ਼ਿਟਿਵ ਵੀਡੀਓ ਜਾਂ ਦੇਖਦੇ ਨਹੀਂ ਜਾਂ ਦੇਖ ਕੇ ਅੱਗੇ ਸ਼ੇਅਰ ਨਹੀਂ ਕਰਦੇ? ਕਿਉਂ ਨੈਗੇਟਿਵਿਟੀ ਫੈਲਾਉਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਰਹਿੰਦੇ ਹਾਂ? ਕਿਉਂ ਅਸੀਂ ਇਸ ਤਰ੍ਹਾਂ ਦੇ ਸਿਰਲੇਖ ਲੱਭਦੇ ਰਹਿੰਦੇ ਹਾਂ ਜਿਹਦੇ ਵਿੱਚ ਕੋਈ ਮਾੜੀ ਸ਼ਬਦਾਵਲੀ ਹੋਵੇ ਤਾਂ ਕਿ ਅਸੀਂ ਅੱਗੇ ਭੇਜੀਏ ਤੇ ਲੋਕਾਂ ਨੂੰ ਉਹ ਵੱਧ ਤੋਂ ਵੱਧ ਦਿਖਾ ਸਕੀਏ? ਸੋ ਸਾਡੇ ਆਪਣੇ ਵੀ ਕੁਝ ਅਸੂਲ ਹੋਣੇ ਚਾਹੀਦੇ ਨੇ। ਸਾਨੂੰ ਆਪਣੀ ਵੀ ਕਿਸੇ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿ ਆਲੇ ਦੁਆਲੇ ਸਮਾਜ ਨੂੰ ਜੋੜਨ ਵਾਲੀਆਂ ਗੱਲਾਂ ਕਰੀਏ, ਤੋੜਨ ਵਾਲੀਆਂ ਗੱਲਾਂ ਨਾ ਕਰੀਏ। ਅੱਜ ਅਸੀਂ ਤੁਹਾਨੂੰ ਨਿਊਜ਼ੀਲੈਂਡ ਲੈ ਕੇ ਜਾਵਾਂਗੇ। ਕਿਸਾਨੀ ਸੰਘਰਸ਼ ਭਾਵੇਂ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ, ਪਰ ਉਹਦੀ ਗੂੰਜ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਸੁਣਾਈ ਦੇ ਰਹੀ ਹੈ, ਕਿਉਂਕਿ ਮੁਲਕ ਇੱਕ ਨਹੀਂ ਹੁਣ ਤਾਂ ਵਿਸ਼ਵ ਵਿਆਪੀ ਪਿੰਡ ਬਣ ਚੁੱਕਿਆ ਹੈ। ਅਸੀਂ ਗਲੋਬਲ ਵਿਲੇਜ ਦੀ ਗੱਲ ਕਰਦੇ ਹਾਂ। ਸੋ ਤੁਸੀਂ ਦੇਖੋ ਕਿ ਅੰਦੋਲਨ ਦਿੱਲੀ ਚੱਲ ਰਿਹਾ ਹੈ, ਗੂੰਜ ਕੈਨੇਡਾ ਵਿੱਚ ਵੀ ਪੈ ਰਹੀ ਹੈ ਤੇ ਹੋਰਨਾਂ ਮੁਲਕਾਂ ਦੇ ਨਾਲ ਆਸਟ੍ਰੇਲੀਆ ਦੇ ਵਿੱਚੋਂ ਬੀਤੇ ਦਿਨੀ ਇੱਕ ਮੰਦਭਾਗੀ ਖਬਰ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਉਸ ਵਕਤ ਇਹ ਤਣਾਅ ਦਾ ਮਾਹੌਲ ਪੈਦਾ ਹੋਇਆ ਕਿ ਉੱਥੇ ਆਪਸ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋਈ। ਉਹਦੇ ਤੋਂ ਬਾਅਦ ਆ ਨਿਊਜ਼ੀਲੈਂਡ ਦੇ ਵਿੱਚੋਂ ਜਿਹੜੀ ਖਬਰ ਮਿਲੀ ਹੈ ਇਹਨੇ ਲੋਕਾਂ ਨੂੰ ਹੋਰ ਚੁਕੰਨੇ ਕਰ ਦਿੱਤਾ ਕਿ ਭਾਈਚਾਰੇ ਦੇ ਮੋਹਤਵਰ ਉਹ ਸ਼ਖਸੀਅਤਾਂ ਜਿਹੜੀਆਂ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ, ਮੀਡੀਆ ਦੇ ਵਿੱਚ ਵੀ ਉਹ ਵਿਚਰਦੀਆਂ ਨੇ ਅਤੇ ਉੱਥੋਂ ਦੇ ਭਾਈਚਾਰਕ ਕੰਮਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੀਆਂ ਨੇ। ਉਹਨਾਂ ਨੂੰ ਕਿਸਾਨੀ ਇਸ ਸੰਘਰਸ਼ ਦਾ ਸਮਰਥਨ ਕਰਨ ਦੇ ਬਦਲੇ ਕਿਸ ਤਰੀਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ, ਉਹਨਾਂ ਵਿੱਚ ਪਰਮਿੰਦਰ ਸਿੰਘ ਪਾਪਾ ਟੋਏ ਵੀ ਇੱਕ ਨੇ ਜਿਹੜੇ ਮੀਡੀਆ ਨਾਲ ਵੀ ਕੰਮ ਕਰਦੇ ਆ, ਉੱਥੋਂ ਦੇ ਪੁਲਿਸ ਦੇ ਐਡਵਾਈਜ਼ਰ ਵੀ ਨੇ ਤੇ ਅੱਜ ਸਾਡੇ ਨਾਲ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣ ਜਾ ਰਹੇ ਨੇ। ਉਹ ਦੱਸਣਗੇ ਕਿ ਕੌਣ ਲੋਕ ਸੀ ਜਿਹੜੇ ਉੱਥੋਂ ਦੇ ਭਾਈਚਾਰੇ ਦੇ ਵਿੱਚ ਜ਼ਹਿਰ ਫੈਲਾ ਰਹੇ ਸਨ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਖਾਸ ਕਰਕੇ ਸਿੱਖ ਤੇ ਦਸਤਾਰਧਾਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸੀ। ਆਓ ਹੁਣ ਤੁਹਾਨੂੰ ਨਿਊਜ਼ੀਲੈਂਡ ਲੈ ਚੱਲੀਏ। ਘਟਨਾਕ੍ਰਮ ਕਿਵੇਂ ਵਾਪਰਿਆ, ਕਿਵੇਂ ਗ੍ਰਿਫਤਾਰੀ ਹੋਈ ਹੈ ਤੇ ਹੋਰ ਕਿੰਨੀਆਂ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਸਭ ਕੁਝ ਜੋ ਵਰਤਾਰਾ ਵਾਪਰ ਰਿਹਾ ਹੈ ਉਸ ਦੇ ਮੁਤਲਕ ਗੱਲਬਾਤ ਕਰਾਂਗੇ। ਪਰਮਿੰਦਰ ਸਿੰਘ ਪਾਪਾ ਟੋਏ ਹੋਰਾਂ ਦਾ ਆਓ ਸਵਾਗਤ ਕਰੀਏ। ਦੋਸਤੋ ਆਓ ਉਹ ਨਿਊਜ਼ੀਲੈਂਡ ਵਾਲੇ ਪਾਸੇ ਤੁਹਾਨੂੰ ਲੈ ਕੇ ਚੱਲੀਏ। ਭਾਈਚਾਰੇ ਦੀ ਮੀਡੀਆ ਦੀ ਜਾਣੀ ਪਹਿਚਾਣੀ ਸ਼ਖਸੀਅਤ ਨੇ, ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਪਰਮਿੰਦਰ ਸਿੰਘ ਪਾਪਾ ਟੋਏ ਨਿਊਜ਼ੀਲੈਂਡ ਤੋਂ ਉਚੇਚੇ ਤੌਰ ਤੇ ਅੱਜ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਨੇ, ਕੁਝ ਵਡਮੁੱਲੀਆਂ ਜਾਣਕਾਰੀਆਂ ਦੇ ਨਾਲ ਕਰ ਰਹੇ ਨੇ। ਆਓ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਪਾਪਾ ਟੋਏ ਹੋਰਾਂ ਦਾ ਸਵਾਗਤ ਕਰੀਏ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੈਨੀਪਾਲ ਸਾਹਿਬ ਤੇ ਸਤਿ ਸ੍ਰੀ ਅਕਾਲ ਇਹਨਾਂ ਵਿਸ਼ਵ ਵਿਆਪੀ ਵਰਤਾਰਿਆਂ ਦੇ ਵਿੱਚ ਨੀਝ ਲਾ ਕੇ ਦੇਖ ਰਹੇ ਸਾਰੇ ਹੀ ਪਿਆਰਿਆਂ ਨੂੰ। ਬਿਲਕੁਲ ਜੀ, ਲੰਬੇ ਸਮੇਂ ਤੋਂ ਬਾਅਦ ਗੱਲਬਾਤ ਹੋਈ ਹੈ, ਪਰ ਮੈਨੂੰ ਪਤਾ ਗੱਲ ਸੁਚਾਰੂ ਵੀ ਰਹਿਣੀ ਹੈ ਤੇ ਗੱਲ ਉਸਾਰੂ ਵੀ ਰਹਿਣੀ ਹੈ। ਪਰਮਿੰਦਰ ਸਿੰਘ ਜੀ, ਬੀਤੇ ਕੁਝ ਕੁ ਦਿਨਾਂ ਤੋਂ ਖਬਰਾਂ ਮੰਦਭਾਗੀਆਂ ਆ ਰਹੀਆਂ ਨੇ। ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ, ਪਰ ਸੇਕ ਉਹਦਾ ਸਾਡੇ ਕੈਨੇਡਾ 'ਚ ਵੀ ਮਹਿਸੂਸ ਹੋ ਰਿਹਾ, ਦੁਨੀਆ ਦੇ ਹੋਰਨਾਂ ਹਿੱਸਿਆਂ ਦੇ ਵਾਂਗ
ਨਿਊਜ਼ੀਲੈਂਡ ਫਿਰ ਪਿੱਛੇ ਕਿਵੇਂ ਰਹਿੰਦਾ। ਪਰ ਤੁਹਾਡੇ ਵਾਲੇ ਪਾਸਿਓਂ ਤੇ ਤੁਹਾਡੇ ਗੁਆਂਢੀ ਮੁਲਕ ਦੇ ਪਾਸਿਓਂ ਜਿਹੜੀਆਂ ਖਬਰਾਂ ਚੰਗੀਆਂ ਦੇ ਨਾਲ ਕੁਝ ਮੰਦਭਾਗੀਆਂ ਆਈਆਂ ਨੇ, ਮੈਂ ਤੁਹਾਡਾ ਧਿਆਨ ਉਧਰ ਜਿੱਥੇ ਲੈ ਕੇ ਜਾਣਾ ਚਾਹੁੰਦਾ ਤੇ ਦਰਸ਼ਕਾਂ ਦਾ ਵੀ ਧਿਆਨ ਮੈਂ ਉੱਥੇ ਹੀ ਖਿੱਚਣਾ ਚਾਹੁੰਦਾ ਕਿ ਦਰਅਸਲ ਇਹਦੀ ਪਿੱਠ ਭੂਮੀ ਕੀ ਰਹੀ ਜੀ। ਪਿੱਠ ਭੂਮੀ ਅਸਲ ਵਿੱਚ ਇਹ ਰਹੀ ਜੀ, ਜਿਵੇਂ ਆਪਾਂ ਭਾਰਤ ਵਿੱਚ ਵੀ ਦੇਖਦੇ ਹਾਂ, ਇਸ ਅੰਦੋਲਨ ਨੂੰ ਤਾਰ-ਪੀਟੋ ਕਰਨ ਦੇ ਲਈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਯਤਨ ਹੁੰਦੇ ਰਹੇ। ਜਿਹੜੀ ਰਾਜ ਸੱਤਾ ਦੇ ਉੱਤੇ ਕਾਬਜ਼ ਧਰਿਆ, ਉਹਨੇ ਲਗਭਗ ਜੀਵਨ ਜਾਚ ਦੇ ਹਰੇਕ ਪੱਖ ਦਾ ਭਗਵਾਂਕਰਨ ਕਰਨ ਦੀ ਕੋਸ਼ਿਸ਼ ਕੀਤੀ ਆ। ਚਾਹੇ ਸਿੱਖਿਆ ਦਾ ਖੇਤਰ ਲੈ ਲਈਏ, ਚਾਹੇ ਆਪਾਂ ਆਮ ਰੋਜ਼ਮर्रा ਦੀ ਜ਼ਿੰਦਗੀ ਨੂੰ ਲੈ ਲਈਏ। ਉਹਨਾਂ ਨੇ ਤੁਹਾਡੀ ਫ੍ਰਿਜ ਵਿੱਚ ਪਏ ਮਾਸ ਨੂੰ ਵੀ ਨਿਸ਼ਾਨਦੇਹੀ ਦੇ ਘੇਰੇ 'ਚ ਲਿਆਉਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੇ ਫ੍ਰਿਜ 'ਚ ਮਾਸ ਕਿਹੜੀ ਚੀਜ਼ ਦਾ ਪਿਆ। ਉਹ ਜਦੋਂ ਤੁਹਾਡੀ ਜਿਹੜੀ ਨਿੱਜੀ ਆਜ਼ਾਦੀ ਆ, ਸ਼ਖਸੀ ਆਜ਼ਾਦੀ ਆ, ਇਸ ਹੱਦ ਤੱਕ ਉਹਦੇ ਉੱਤੇ ਖਤਰਾ ਮੰਡਰਾਉਣ ਲੱਗ ਪਵੇ, ਉਹਨਾਂ ਹਾਲਾਤਾਂ ਦੇ ਵਿੱਚ ਕਰੋਨਾ ਦੇ ਰਾਮ ਰੌਲੇ ਨੂੰ ਆਧਾਰ ਬਣਾ ਕੇ ਜਿਹੜੇ ਕਾਹਲੀ 'ਚ ਬਿੱਲ ਪਾਸ ਕੀਤੇ ਗਏ ਸੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਉਹਦਾ ਸੇਕ ਜਿਹੜਾ, ਉਹ ਜਿਹੜੇ ਅਸੀਂ ਕਿਸਾਨਾਂ ਦੇ ਪੁੱਤ ਹਜ਼ਾਰਾਂ ਮੀਲ ਦੂਰ ਜਾ ਕੇ ਵਸ ਗਏ ਆਪਣੀ ਸਥਾਪਤੀ, ਆਪਣੇ ਸੰਘਰਸ਼ ਦੇ ਵਿੱਚੋਂ, ਅਸੀਂ ਇੰਨਾ ਸਮਾਂ ਕੱਢ ਕੇ, ਅਸੀਂ ਉਹਦਾ ਅਧਿਐਨ ਕਰਕੇ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆਵਾਜ਼ ਚੁੱਕਣੀ ਚਾਹੀ ਤਾਂ ਵਾਈਡਰ ਕਮਿਊਨਿਟੀ ਤੱਕ ਉਹਦੀਆਂ ਗੱਲਾਂ ਗਈਆਂ। ਜਦੋਂ ਵਾਈਡਰ ਕਮਿਊਨਿਟੀ ਤੱਕ ਗੱਲਾਂ ਗਈਆਂ, ਡਿਪਲੋਮੈਟਿਕ ਪੱਧਰ ਦੇ ਉੱਤੇ ਫੋਰਨ ਅਫੇਅਰ ਮਿਨਿਸਟਰੀ ਨੇ ਭਾਰਤ ਦੇ ਜਿਹੜੇ ਮਾਣਯੋਗ ਮੰਤਰੀ ਨੇ ਉਹਨਾਂ ਦੇ ਨਾਲ ਚਰਚਾਵਾਂ ਕਰਨੀਆਂ ਸ਼ੁਰੂ ਕੀਤੀਆਂ। ਫਿਰ ਜਿਹੜੇ ਇੱਥੇ ਉਹਨਾਂ ਦੇ ਚੇਲੇ ਚਾਪਟੇ ਬੈਠੇ ਜੀ, ਉਹਨਾਂ ਨੂੰ ਦੁੱਖ ਲੱਗਾ ਕਾਫੀ, ਕਿਉਂਕਿ ਉਹ ਇਹ ਤਾਂ ਠੀਕ ਆ, ਕਹਿੰਦੇ ਵੀ ਹਿੰਦੂ ਸਿੱਖ ਏਕਤਾ ਉੱਥੇ ਤੱਕ ਜ਼ਿੰਦਾਬਾਦ ਆ ਜਿੱਥੇ ਤੱਕ ਆਪਾਂ ਇਕੱਠੇ ਬਹਿ ਕੇ ਲੰਗਰ ਦੀ ਪੰਗਤ ਦੇ ਵਿੱਚ ਲੰਗਰ ਛਕਣਾ ਜਾਂ ਫਿਰ ਕੋਈ ਸਮਾਜ ਸੇਵਾ ਦੇ ਕਾਰਜ ਇਕੱਠੇ ਕਰਨੇ ਆ। ਜਦੋਂ ਕਿਸਾਨ ਮੁੱਦੇ ਦੀ ਗੱਲ ਆਈ, ਉਹਨਾਂ ਦੇ ਮੇਜ਼ ਤੇ ਪਿਆ ਜਿਹੜਾ ਅੰਨ ਆ ਜਾਂ ਰੋਟੀ ਆ, ਉਹਦੇ ਵਿੱਚ ਉਹਨਾਂ ਨੂੰ ਕਿਸਾਨ ਦਾ ਸੰਘਰਸ਼ ਦਿਸਣਾ ਬੰਦ ਹੋ ਗਿਆ। ਤੋ ਉਹ ਜਿਹੜਾ ਪਿੱਛੇ ਭਗਵਾਂ ਕਰਨ ਦਾ ਦੌਰ ਚੱਲ ਰਿਹਾ, ਉਹਦਾ ਇੱਥੇ ਤੱਕ ਸਾਨੂੰ ਪ੍ਰਭਾਵ ਦਿਸਣ ਨੂੰ ਮਿਲਿਆ ਜਦੋਂ ਉਹਨਾਂ ਨੇ ਜਿੰਨੇ ਵੀ ਅਸੀਂ ਪੱਗਾਂ ਵਾਲੇ ਮੁੰਡੇ ਸੀ ਜਾਂ ਜਿੰਨੇ ਵੀ ਅਗਵਾਈ ਕਰ ਰਹੇ ਸੀ ਕਿਸਾਨ ਅੰਦੋਲਨਾਂ ਦੀ ਗਾਹੇ ਬਗਾਹੇ, ਚਾਹੇ ਮੀਡੀਆ ਦੇ ਖੇਤਰ ਵਿੱਚ, ਚਾਹੇ ਧਾਰਮਿਕ ਖੇਤਰ ਦੇ ਵਿੱਚ, ਉਹਦੇ ਬਾਰੇ ਉਹਨਾਂ ਨੇ ਨਿੱਜੀ ਤੌਰ ਤੇ ਟਿੱਪਣੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਇੱਕ ਫੇਸਬੁੱਕ ਤੇ ਪੇਜ ਚੱਲਦਾ ਜੀ, ਇੰਡੀਅਨਸ ਇਨ ਨਿਊਜ਼ੀਲੈਂਡ ਜੀ। ਸੋ ਉਹਦੇ ਤੋਂ ਫਿਰ ਇਹ ਗੱਲ ਜਿਹੜੀ ਆ ਇੱਥੋਂ ਤੱਕ ਪਹੁੰਚ ਗਈ ਕਿ ਜਦੋਂ ਬਹੁਤ ਜ਼ਿਆਦਾ ਸਿਰੇ ਲੱਗ ਗਈ ਗੱਲ, ਤੇ ਫਿਰ ਪੁਲਿਸ ਨੇ ਇਸ ਦਾ ਨੋਟਿਸ ਲਿਆ ਔਰ ਉਸ ਦੇ ਵਿੱਚ ਸਾਡੇ ਇੱਥੋਂ ਦੇ ਧਾਰਮਿਕ ਲੀਡਰ ਨੇ ਸੁਪਰੀਮ ਸਿੱਖ ਸੁਸਾਇਟੀ ਦੇ ਸਰਦਾਰ ਦਲਜੀਤ ਸਿੰਘ ਤੇ ਨਾਲ ਮੀਡੀਆ ਤੇ ਪੁਲਿਸ ਐਡਵਾਈਜ਼ਰ ਹੋਣ ਦੇ ਨਾਤੇ ਮੇਰਾ ਜ਼ਿਕਰ ਸੀ, ਤੇ ਇੱਕ ਜਲੰਧਰ ਤੋਂ ਇੱਕ ਨੌਜਵਾਨ ਹੈ ਮਨਪ੍ਰੀਤ ਸਿੰਘ ਸੈਣੀ। ਤੋ ਇਹਨਾਂ ਤਿੰਨਾਂ ਨੂੰ ਆਧਾਰ ਬਣਾ ਕੇ ਜਦੋਂ ਬਹੁਤ ਜ਼ਿਆਦਾ ਗਾਲਾਂ, ਨਫ਼ਰਤ, ਹਿੰਸਾ ਪ੍ਰਵੋਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਉਹਦਾ ਫਿਰ ਸਖਤ ਨੋਟਿਸ ਲਿਆ ਗਿਆ ਪੂਰੀ ਕਮਿਊਨਿਟੀ ਵੱਲੋਂ। ਵਾਈਡਰ ਕਮਿਊਨਿਟੀ ਨੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਜੀ। ਤੋ ਅੱਜ ਅਸੀਂ ਜਿਸ ਮੁਕਾਮ ਤੇ ਹਾਂ, ਉਹ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਬਹੁਤ ਪਹਿਲ ਕਦਮੀ ਕਰਦਿਆਂ ਇਹ ਕਾਰਵਾਈ ਕੀਤੀ ਤੇ ਇੱਕ ਅਰੈਸਟ ਹੋਈ ਹੈ ਜੀ। 9 ਬੰਦੇ ਜਿਹੜੇ ਉਹਨਾਂ ਤੇ ਤਫਤੀਸ਼ ਚੱਲ ਰਹੀ ਹੈ। ਅੱਛਾ, ਮੈਨੂੰ ਇਹ ਦੱਸਿਓ, ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਫ਼ਰਤ ਫੈਲਾਉਣਾ ਕਿ ਲੋਕ ਨਿਊਜ਼ੀਲੈਂਡ ਦੇ ਜਾਂ ਇਹ ਬੰਦੇ ਜਿਨ੍ਹਾਂ ਦੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੁੱਲ ਮਿਲਾ ਕੇ 10 ਨੇ, ਇੱਕ ਦੀ ਗ੍ਰਿਫਤਾਰੀ ਹੋ ਗਈ ਹੈ, ਹੇਟ ਕ੍ਰਾਈਮ ਦੀ ਘਟਨਾ ਤਾਂ ਬੀਤੇ ਦਿਨ ਦਾ ਸੰਤਾਪ ਨਿਊਜ਼ੀਲੈਂਡ ਨੇ ਹੰਢਾਇਆ ਹੈ, ਮੇਰੇ ਖਿਆਲ ਦੇ ਵਿੱਚ ਦੁਨੀਆ ਕੰਬ ਉੱਠੀ ਸੀ। ਆਪਾਂ ਉਸ ਦਾ ਜ਼ਿਕਰ ਪਹਿਲਾਂ ਵੀ ਕਰਦੇ ਰਹੇ ਹਾਂ। ਤੁਸੀਂ ਦੇਖੋ ਕਿ ਭਾਈਚਾਰੇ ਦੇ ਵਿੱਚ ਏਕਤਾ ਦੀ, ਇਤਫਾਕ ਦੀ ਗੱਲ ਹੈ। ਇਹਦਾ ਮਤਲਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਹੱਦ ਤੱਕ ਹੀ ਸੀਮਤ ਆ, ਉਹਦੇ ਤੋਂ ਬਾਹਰ ਜਦੋਂ ਸਾਡੇ ਮੇਜ਼ ਤੇ ਪਈ ਰੋਟੀ, ਭਾਵੇਂ ਅਸੀਂ ਪੀਜ਼ਾ ਖਾਈਏ, 버ਗਰ ਖਾਈਏ ਜਾਂ ਕੁਝ ਹੋਰ ਖਾਈਏ, ਜਾਂ ਆਪਣੇ ਤਵੇ ਤੇ ਕੁਝ ਪਕਾਈਏ, ਜਿਹਦੇ ਢਿੱਡ ਲੱਗਿਆ, ਜਿਹਦੇ ਘਰ 'ਚ ਰੋਟੀ ਪੱਕਦੀ ਹੈ, ਕਿਸਾਨੀ ਨਾਲ ਤਾਂ ਸਿੱਧਾ ਜਾਂ ਅਸਿੱਧਾ ਉਹਦਾ ਵਾਹ ਹੈ। ਇਹਦਾ ਮਤਲਬ ਕਿੱਥੋਂ ਤੱਕ ਲੋਕ ਇਹ ਕਿਸੇ ਸਿੱਧੇ ਜਾਂ ਅਸਿੱਧੇ ਵਿੰਗ ਵਲੇਵੇਂ ਪਾ ਕੇ ਕਿਸੇ ਦੀ ਪੁਸ਼ਟ ਪਨਾਹੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਫੇਸਬੁੱਕ ਪੇਜ ਚਲਾਉਂਦੇ ਸੀ, ਉਹਦੇ ਤੇ ਤੁਹਾਡੇ ਖਿਲਾਫ ਅਤੇ 2 ਹੋਰਨਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਕਿ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹ ਘਟਨਾ ਹੈ ਕਿ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਤੇ ਬਾਕੀਆਂ ਦੇ ਫੇਸਬੁੱਕ ਪੇਜ ਫਰੋਲੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਦੀਆਂ ਉਹ ਫੇਸਬੁੱਕ ਪੋਸਟਾਂ ਪਾਉਂਦੇ ਸੀ। ਆਪਾਂ ਇਸ ਘਟਨਾ ਤੇ ਆਉਣ ਤੋਂ ਇੱਕ ਵਾਰੀ ਫੇਰ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੋਇਆ ਸੀ। ਆਸਟ੍ਰੇਲੀਆ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਦੁਫਾੜ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਭਾਵੇਂ ਆਪਾਂ ਬਰੱਸ਼ ਲੈ ਕੇ ਸਾਰੇ ਭਾਈਚਾਰੇ ਨੂੰ ਇੱਕੋ ਹੀ ਰੰਗ ਨਾਲ ਨਹੀਂ ਪੇਂਟ ਕਰ ਸਕਦੇ, ਪਰ ਹੈ ਚਿੰਤਾਜਨਕ ਸਥਿਤੀ ਜੀ। ਉਹਦੇ ਬਾਬਤ ਵੀ ਥੋੜੀ ਜਿਹੀ ਅਪਡੇਟ ਦਿਓ ਜੀ। ਮੈਂ ਉਸ ਤੋਂ ਪਹਿਲਾਂ ਨਾ ਅੱਗੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਉਹਨਾਂ ਨੇ ਇੱਕ ਵਾਰ ਨਾ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਆਖੀ ਸੀ। ਉਹ ਕਹਿੰਦੇ ਸਾਡੇ ਜਿਹੜਾ ਸਮਾਜ ਦੇ ਵਿੱਚ ਜਿਹੜੀਆਂ ਫਿਰਕੇ ਦੇ ਆਧਾਰ ਦੇ ਉੱਤੇ
ਜਾਤ ਦੇ ਆਧਾਰ ਦੇ ਉੱਤੇ, ਜਿਵੇਂ ਸਾਡੀਆਂ ਸਵਾਣੀਆਂ ਪਹਿਲਾਂ ਪੋਚਾ ਲਾ ਦਿੰਦੀਆਂ ਸੀ ਜਦੋਂ ਆਪਾਂ ਕੱਚੇ ਮਕਾਨਾਂ 'ਚ ਰਹਿੰਦੇ ਸੀ ਬੈਨੀਪਾਲ ਸਾਹਿਬ, ਉਹ ਕਹਿੰਦੇ ਜਦੋਂ ਸੂਰਜ ਦੀ ਚਿਲਕਵੀਂ ਧੁੱਪ ਪੈਂਦੀ ਸੀ ਨਾ, ਉਹ ਪੋਚਾ ਜਿਹੜਾ ਉਹ ਕਿਤੇ ਨਾ ਕਿਤੇ ਉੱਪਰਲੀ ਸਤ੍ਹਾ ਦੇ ਉੱਤੇ ਤਾਂ ਕਾਇਮ ਰਹਿ ਜਾਂਦਾ ਹੁੰਦਾ ਸੀ। ਜਿਵੇਂ ਜਿੱਦਾਂ ਹੀ ਸੂਰਜ ਦੀ ਜਿਹੜੀ ਉਹ ਤੇਜ਼ ਧੁੱਪ ਪਈ ਤੇ ਉੱਥੇ ਜਿਹੜਾ ਫਰਸ਼ ਆ ਜਾਂ ਕੰਧਾਂ ਦੇ ਉੱਤੇ ਉਹ ਲੇਪ ਕੀਤਾ, ਉਹ ਪਾਟਣਾ ਸ਼ੁਰੂ ਹੋ ਜਾਂਦਾ ਸੀ। ਤੇ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਬਿਨਾਂ ਕਿਸੇ ਹਿਚਕਚਾਹਟ ਤੋਂ ਮੈਂ ਕਹਿਣ ਲਈ ਤਿਆਰ ਹਾਂ ਤੇ ਪੋਚੇ ਦੇ ਉੱਪਰਲਾ ਲੇਪ ਜਿਹੜਾ ਉਹ ਪਾਟ ਜਾਂਦਾ ਜੀ ਜਦੋਂ ਏਦਾਂ ਦਾ ਕੋਈ ਔਖਾ ਟਾਈਮ ਆਉਂਦਾ, ਜਿੱਥੇ ਜਾ ਕੇ ਪਰਖ ਦੀ ਘੜੀ ਆਉਂਦੀ ਆ ਭਾਈਚਾਰਿਆਂ ਦੇ ਏਕੇ ਤੇ ਇਤਫਾਕ ਨੂੰ ਸ਼ੋਕੇਸ ਕਰਨ ਦੇ ਲਈ। ਆਸਟ੍ਰੇਲੀਆ ਦਾ ਬੜਾ ਖੂਬਸੂਰਤ ਸ਼ਹਿਰ ਹੈ ਸਿਡਨੀ ਜੀ, ਔਰ ਸਿਡਨੀ ਦੇ ਵਿੱਚ ਬੀਤੇ 100 ਸਾਲ ਤੋਂ ਵੱਧ ਹੋ ਗਿਆ ਸਾਡੇ ਪੰਜਾਬੀਆਂ ਨੂੰ ਵਸਿਆਂ ਨੂੰ। ਉੱਥੇ ਦਾ ਇੱਕ ਇਲਾਕਾ ਜੀ ਹੈਰਿਸ ਪਾਰਕ। ਹੈਰਿਸ ਪਾਰਕ ਪੈਰਾਮੀਟਾ ਦੇ ਬਿਲਕੁਲ ਨਜ਼ਦੀਕ ਹੈ, ਜਿੱਥੇ ਭਾਰਤੀ ਤੇ ਪਾਕਿਸਤਾਨੀ ਜਾਂ ਸਾਊਥ ਈਸਟ ਏਸ਼ੀਅਨ ਲੋਕ ਬਹੁਤ ਵਸਦੇ ਨੇ ਜੀ, ਔਰ ਤੁਹਾਡੇ ਆਪਣੇ ਜਾਣਕਾਰਾਂ ਦੇ ਵਿੱਚੋਂ ਵੀ ਬਹੁਤ ਪਿਆਰੇ ਜਿਹੜੇ ਨੇ ਉਸ ਇਲਾਕੇ 'ਚ ਰਹਿੰਦੇ ਨੇ ਜੀ। ਹੁਣ ਹੋਇਆ ਕੀ ਕਿ ਜਿਹੜਾ ਉੱਥੇ ਗੁਰੂ ਘਰ ਉਸਾਰਿਆ ਗਿਆ ਸੀ, ਉਹਦੇ ਆਸ-ਪਾਸ ਜਿੰਨੇ ਕੁ ਵੀ ਮਕਾਨ ਬਣੇ, ਉਹਨਾਂ ਵਿੱਚ ਬਹੁਤੇ ਪੰਜਾਬੀ ਮੂਲ ਦੇ ਲੋਕਾਂ ਨੇ ਉਹ ਜਾਇਦਾਦਾਂ ਖਰੀਦੀਆਂ ਤੇ ਉੱਥੇ ਰਹਿਣ ਲੱਗੇ ਪਰਿਵਾਰਾਂ ਸਮੇਤ ਜੀ। ਹੁਣ ਦੂਸਰੇ ਇਲਾਕੇ 'ਚੋਂ ਆ ਕੇ ਜਿਹੜੇ ਬੀਜੇਪੀ ਦੇ ਕਥਿਤ ਵਰਕਰ ਨੇ, ਮੈਂ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਝੰਡੇ ਜਿਹੜੇ ਸੀ ਉਹ ਬੀਜੇਪੀ ਦੇ ਚੁੱਕੇ ਹੋਏ ਸੀ, ਸੋ ਉਹਨਾਂ ਨੇ ਆ ਕੇ ਜਿਹੜੀ ਗੁਰਦੁਆਰੇ ਦੀ ਫੈਂਸ ਆ ਜੀ, ਬਹੁਤ ਵੱਡਾ ਵਿਸ਼ਾਲ ਗੁਰਦੁਆਰਾ, ਪਾਰਕਲੀ ਗੁਰੂ ਘਰ ਕਹਿੰਦੇ ਉਹਨੂੰ, ਗਲੈਨਵੁੱਡ, ਉੱਥੇ ਲਿਆ ਕੇ ਉਹ ਜਿਹੜੇ ਝੰਡੇ ਨੇ, ਜਿਵੇਂ ਆਪਾਂ ਖਾਲਸਾਈ ਨਿਸ਼ਾਨ ਲਾਈ ਦੇ ਫੈਂਸ ਦੇ ਉੱਤੇ, ਉਹਦੀ ਬਜਾਏ ਉਹ ਜਿਹੜੇ ਝੰਡੇ ਸੀ ਬੀਜੇਪੀ ਦੇ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ, ਉਹ ਝੰਡੇ ਉੱਤੇ ਲਾ ਕੇ ਦਿਖਾਉਣ ਦੀ ਇਹ ਕੋਸ਼ਿਸ਼ ਕੀਤੀ ਕਿ ਸਾਡੀ ਧਿਰ ਜਿਹੜੀ ਆ ਉਹ ਤੁਹਾਡੀ ਧਿਰ ਨਾਲੋਂ ਤਗੜੀ ਹੈ ਤੇ ਅਸੀਂ ਤੁਹਾਡੇ ਘਰ ਤੱਕ ਪਹੁੰਚ ਕਰ ਸਕਦੇ ਹਾਂ। ਸੋ ਇੱਕ ਬੜਾ ਹਿੰਸਾਤਮਕ ਕਿਸਮ ਦਾ ਇਹ ਮੈਂ ਹਮਲਾ ਹੀ ਗਿਣਦਾ ਜੀ, ਜਦੋਂ ਇੰਨੀ ਜੁਰਤ ਕਰਕੇ ਕੋਈ ਬੰਦਾ ਬਿਨਾਂ ਕਿਸੇ ਕਾਨੂੰਨ ਦੀ, ਬਿਨਾਂ ਕਿਸੇ ਸਦਭਾਵਨਾ ਦੀ ਪਰਵਾਹ ਕੀਤੇ ਬਿਨਾਂ ਤੁਸੀਂ ਇਦਾਂ ਦਾ ਕੋਈ ਕਦਮ ਚੱਕਦੇ ਹੋ। ਇਹਦੇ ਨਾਲ ਸਾਰੀ ਦੁਨੀਆ 'ਚ ਵਸੇ ਪੰਜਾਬੀ ਜਾਂ ਹਿੰਦੂ ਸਿੱਖ ਏਕਤਾ ਦੇ ਜਿਹੜੇ ਵੀ ਮੁੱਦਈ ਨੇ, ਉਹਨਾਂ ਦੇ ਮਨਾਂ ਦੇ ਉੱਤੇ ਇੱਕ ਬਹੁਤ ਡੂੰਘਾ ਪ੍ਰਭਾਵ ਪੈਂਦਾ, ਜਿਵੇਂ ਤੁਸੀਂ ਜ਼ਿਕਰ ਕੀਤਾ। ਸੋ ਇਸੇ ਤਰ੍ਹਾਂ ਮੈਂ ਪੜ੍ਹ ਰਿਹਾ ਸੀ, IP ਸਿੰਘ ਉਹਨਾਂ ਨੇ ਕਵਰ ਕੀਤਾ ਜਿਹੜੀ ਟਾਈਮਜ਼ ਆਫ ਇੰਡੀਆ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਆਪਣੇ ਮੁਲਕ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਨਜ਼ਰ ਆ ਰਹੀਆਂ। ਇੱਕ ਬਹੁਤ ਮਾੜਾ ਵਰਤਾਰਾ, ਔਰ ਇਹਨੂੰ ਕਿਤੇ ਨਾ ਕਿਤੇ ਨੱਥ ਪਾਉਣੀ ਚਾਹੀਦੀ ਹੈ। ਸਰਕਾਰਾਂ ਦੇ ਆਪਸ ਦੇ ਵਿੱਚ ਜਿਹੜੇ ਸੰਬੰਧ ਨੇ, ਚਾਹੇ ਉਹਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਦਖਲ ਦੇਣਾ ਪਵੇ, ਲੇਕਿਨ ਬਦਕਿਸਮਤੀ ਨਾਲ ਇਸ ਸਾਰੇ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਮੁਲਕ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਆਪਣਾ ਬਣਦਾ ਰੋਲ ਨਹੀਂ ਨਿਭਾਇਆ। ਇਹ ਵੀ ਗੱਲ ਸੋਚਣਯੋਗ ਹੈ ਜੀ। ਪਰਮਿੰਦਰ ਜੀ, ਮੈਂ ਅਕਸਰ ਕਹਿਣਾ ਹੁੰਦਾ ਇੱਕ ਪੱਤਰਕਾਰ ਹੋਣ ਦੇ ਨਾਤੇ, ਕਿਉਂਕਿ ਅਸੀਂ ਕਿਸੇ ਧਿਰ ਦੇ ਨਹੀਂ, ਅਸੀਂ ਜਦੋਂ ਜਿਹੜੀ ਬੈਲੈਂਸ ਅਪਰੋਚ ਬਣਾਉਣੀ ਬੜੀ ਜ਼ਰੂਰੀ ਹੈ ਕਿ ਲੋਕਤੰਤਰ ਇਸ ਗੱਲ ਦੀ ਗਵਾਹੀ ਭਰਦਾ ਹੈ, ਇਸ ਗੱਲ ਦਾ ਮੁਦਈ ਹੈ, ਸਾਡਾ ਬਾਬਾ ਨਾਨਕ ਇਸ ਗੱਲ ਦਾ ਮੁਦਈ ਹੈ ਕਿ ਡਾਇਲੌਗ ਕਰੋ, ਸੰਵਾਦ ਰਚਾਓ, ਗੱਲਬਾਤ ਕਰੋ, ਆਪਣੀ ਸੁਣਾਓ, ਕਿਛ ਕਹੀਏ ਤੇ ਕਿਛ ਸੁਣੀਏ ਦੇ ਸਿਧਾਂਤ ਤੇ ਚੱਲੀਏ। ਜੇਕਰ ਇਸ ਵਕਤ ਲੋਕ ਦਿੱਲੀ ਦੀਆਂ ਸਰਹੱਦਾਂ ਤੇ 26 ਤਰੀਕ ਨੂੰ 4 ਮਹੀਨਿਆਂ ਦੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਸਕਦੇ ਆ, ਅਸੀਂ ਵੱਖੋ ਵੱਖ ਮੁਲਕਾਂ ਦੇ ਵਿੱਚ ਕਾਰ ਰੈਲੀਆਂ ਕਰ ਸਕਦੇ ਹਾਂ, ਰੋਡ ਸ਼ੋਅ ਕਰ ਸਕਦੇ ਹਾਂ ਕਾਨੂੰਨਾਂ ਦੇ ਹੱਕ ਵਿੱਚ, ਤਾਂ ਕੋਈ ਕਾਨੂੰਨਾਂ ਦੇ ਵਿਰੋਧ ਵਿੱਚ, ਤਾਂ ਕੋਈ ਕਾਨੂੰਨਾਂ ਦੇ ਹੱਕ ਵਿੱਚ ਵੀ ਕਰ ਸਕਦਾ ਹੈ। ਪਰ ਇਹਦਾ ਮਕਸਦ ਇਹ ਨਹੀਂ ਕਿ ਜੇ ਕੋਈ ਹੱਕ ਵਿੱਚ ਕਰ ਰਿਹਾ ਹੈ ਉਹਦੇ ਨਾਲ ਲੜੋ ਜਾ ਕੇ, ਜਾਂ ਕੋਈ ਵਿਰੋਧ ਵਿੱਚ ਕਰ ਰਿਹਾ ਉਹਦੇ ਨਾਲ ਲੜੋ ਜਾ ਕੇ। ਹਾਂ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਰੱਖਣ ਦਾ ਤਰਕ ਤੇ ਦਲੀਲ ਨਾਲ ਸਾਰਿਆਂ ਨੂੰ ਅਧਿਕਾਰ ਹੈ, ਲੋਕਤੰਤਰ ਇਸ ਗੱਲ ਦੀ ਗਵਾਹੀ ਭਰਦਾ। ਪਰ ਆਹ ਜਿਹੜੀਆਂ ਘਟਨਾਵਾਂ ਨੇ, ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਜਾਂ ਫਿਰ ਤੁਹਾਡੇ ਮੈਂ ਮੁਲਕ ਵਿੱਚ ਦੁਬਾਰਾ ਵੜ ਕੇ ਆਉਣਾ, ਉਹਦੇ ਵਿੱਚ ਤੁਹਾਡੇ ਉੱਤੇ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ, ਤੁਹਾਨੂੰ ਵੀ ਉਹਦਾ ਸ਼ਿਕਾਰ ਹੋਣਾ ਪਿਆ। ਆਖਰਕਾਰ ਇਹ ਗੱਲ ਚੰਗੀ ਹੈ ਕਿ ਭਾਵੇਂ ਕੁਝ ਇੱਕ ਦਿਨਾਂ ਤੋਂ ਜਾਂ ਕੁਝ ਇੱਕ ਮਹੀਨਿਆਂ ਤੋਂ ਉਹ ਗਤੀਵਿਧੀਆਂ ਲਗਾਤਾਰ ਉਹਨਾਂ ਲੋਕਾਂ ਨੇ ਜਾਰੀ ਰੱਖੀਆਂ ਹੋਈਆਂ ਸੀ ਜਿਹਦਾ ਤੁਹਾਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਕੰਨ ਕਰ ਦਿੱਤੇ ਹੈ। ਪਰ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਸੋ ਕਾਲਡ ਆਪਾਂ ਵੱਡੇ ਵੱਡੇ ਚੈਨਲ ਆਖੀਏ ਜਿਨ੍ਹਾਂ ਦੇ ਉੱਤੇ ਸਾਡੀ ਹਮੇਸ਼ਾ ਟੇਕ ਰਹਿੰਦੀ ਸੀ, ਉਹਨਾਂ ਨੂੰ ਤਾਂ ਲੋਕ ਹੁਣ ਗੋਦੀ ਮੀਡੀਆ, ਪਹਿਲਾਂ ਤਾਂ ਮੀਡੀਆ ਹੀ ਹੁੰਦਾ ਸੀ, ਪੱਤਰਕਾਰੀ ਤਾਂ ਪੱਤਰਕਾਰੀ ਹੁੰਦੀ ਸੀ, ਹੁਣ ਪੀਲੀ ਪੱਤਰਕਾਰੀ, ਨੀਲੀ ਪੱਤਰਕਾਰੀ, ਇਸੇ ਤਰ੍ਹਾਂ ਅੱਗੇ ਟੀਵੀ ਤਾਂ ਟੀਵੀ ਹੁੰਦਾ ਸੀ, ਮੀਡੀਆ ਤਾਂ ਮੀਡੀਆ ਹੁੰਦਾ ਸੀ। ਪਰ ਹੁਣ ਜਦੋਂ ਇਸ ਤਰ੍ਹਾਂ ਦੇ ਲੋਕ, ਕੋਈ ਗੋਦੀ ਮੀਡੀਆ, ਕਿਸੇ ਤੇ ਕੋਈ ਕੈਨੇਡਾ ਮੀਡੀਆ, ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਲੋਕ ਅੰਜਾਮ ਦਿੰਦੇ ਨੇ, ਤੇ ਸਾਡੇ ਕੋਲ ਸਭ ਤੋਂ ਬਿਹਤਰੀਨ ਟੂਲ ਹੈ ਸੋਸ਼ਲ ਮੀਡੀਆ। ਮੈਨੂੰ ਲੱਗਦਾ ਕਿ ਅਸੀਂ ਇਸ ਤੇ ਹਾਲੇ ਹਾਣਦੇ ਨਹੀਂ ਹੋਏ, ਕਿਉਂਕਿ ਇਹ ਇੱਕ ਉਹ ਟੂਲ ਹੈ ਜਿਹਦੇ ਤੋਂ ਸਰਕਾਰਾਂ ਥਰ-ਥਰ ਕੰਬਣ ਲੱਗ ਪਈਆਂ। ਆਪਾਂ ਦੇਖਿਆ ਕਿ ਟਵਿੱਟਰ ਨੇ ਕਿਵੇਂ ਦੁਨੀਆ ਹਿਲਾਈ, ਕਦੇ ਸ਼ਾਂਤਨੂ ਨੂੰ, ਕਦੇ ਨਿਕਿਤਾ ਜੈਕਬ ਨੂੰ, ਕਦੇ ਦਿਸ਼ਾ ਰਵੀ ਨੂੰ, ਕਦੇ ਰਿਆਨਾ ਨੂੰ, ਕਿਹਨਾਂ ਨੂੰ ਨਿਸ਼ਾਨੇ ਤੇ ਨਹੀਂ ਲਿਆ। ਆਪਾਂ ਨੂੰ ਇਹਦੇ ਹਾਣ ਦੇ ਹੋਣ ਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਕਰਨਾ ਪਊਗਾ? ਕਿਉਂਕਿ ਹੈ ਟੂਲ ਉਹ ਜਿਹਨੇ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਨੇ, ਜਿਨ੍ਹਾਂ ਨੇ ਬੇਜ਼ਬਾਨੀਆਂ ਨੂੰ ਜ਼ੁਬਾਨ ਵੀ ਦਿੱਤੀ ਹੈ।
ਕੋਈ ਸ਼ੱਕ ਨਹੀਂ। ਬੈਨੀਪਾਲ ਜੀ ਤੁਸੀਂ ਬਹੁਤ ਸਹੀ ਨਬਜ਼ ਫੜੀ ਆ। ਅਸਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਆਪਣੀ ਬਰਾਦਰੀ ਦਾ ਵੀ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਇਹ ਬੜਾ ਲਾਜ਼ਮੀ ਹੈ ਜੀ। ਆਤਮ ਚਿੰਤਨ ਜਿਹੜੀ ਕੌਮ ਨਹੀਂ ਕਰਦੀ ਜਾਂ ਕੋਈ ਵੀ ਕੈਟਾਗਰੀ ਦੇ ਲੋਕ ਨਹੀਂ ਕਰਦੇ, ਜਿਹੜੀ ਸ਼੍ਰੇਣੀ ਦੇ ਵਿੱਚ ਤੁਸੀਂ ਤੇ ਮੈਂ ਵਿਚਰਦੇ ਆ, ਮੇਰੇ ਉੱਤੇ ਹੋਰ ਜ਼ਿੰਮੇਵਾਰੀ ਹੈ ਇੱਥੋਂ ਦੇ ਪੂਰੇ ਨਿਜ਼ਾਮ ਦੇ ਵਿੱਚ। ਇੱਕ ਛੋਟਾ ਮੁਲਕ ਆ ਨਿਊਜ਼ੀਲੈਂਡ, ਇੱਥੇ ਲਗਭਗ 75,000 ਜਿਹੜੇ ਪੰਜਾਬੀ ਵਸਦੇ ਨੇ, ਜਿਹਨਾਂ ਵਿੱਚੋਂ 55,000 ਦੀ ਗਿਣਤੀ ਜਿਹੜੀ ਲਗਭਗ ਸਿੱਖਾਂ ਦੀ ਆ। ਹੁਣ ਉਹਨਾਂ ਦੇ ਵਿੱਚੋਂ ਸਿਰਫ ਪਰਮਾਤਮਾ ਦੀ ਕਿਰਪਾ ਨਾਲ ਕਹਿ ਲਓ ਜਾਂ ਭਾਈਚਾਰੇ ਦੇ ਸਹਿਯੋਗ ਨਾਲ ਕਹਿ ਲਓ, ਸਿਰਫ ਪਗੜੀਧਾਰੀ ਸਿੱਖ ਹੋਣ ਦੇ ਨਾਤੇ ਇਹ ਮੌਕਾ ਸਿਰਫ ਮੇਰੇ ਕੋਲੇ ਆਇਆ ਕਿ ਇੱਥੋਂ ਦੀ ਕਾਉਂਟੀਜ਼, ਮੈਂ ਕਿ ਉਹਦੀ ਡਿਸਟ੍ਰਿਕਟ ਕਮਾਂਡਰ ਦੇ ਐਡਵਾਈਜ਼ਰ ਹੋਣ ਦਾ ਮਾਣ ਆ ਜੀ ਮੈਨੂੰ ਪੁਲਿਸ ਦੇ ਵਿੱਚ। ਸੋ ਉਹਦੇ ਕਰਕੇ, ਕਿਉਂਕਿ ਪਛਾਣ ਆਪਣੀ ਵੱਖਰੀ ਆ, ਜਿਵੇਂ ਤੁਹਾਡੀ ਲੱਖਾਂ ਚੋਂ ਪਛਾਣੇ ਜਾਂਦੇ ਆ ਜੀ ਖੜੇ। ਸੋ ਘੱਟ ਗਿਣਤੀ ਭਾਈਚਾਰੇ ਦੇ ਵਿੱਚ ਪੈਦਾ ਹੋਣਾ ਤੇ ਉਸ ਭਾਈਚਾਰੇ ਦੇ ਵਿੱਚ ਮੁੱਲਣਾ, ਵਿਕਸਣਾ, ਵਿਚਰਨਾ ਕੋਈ ਗੁਨਾਹ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਸਾਡੇ ਵਿਸ਼ਵ ਵਿਆਪੀ ਪਿੰਡ ਦੇ ਵਿੱਚ ਸੋਸ਼ਲ ਮੀਡੀਆ ਨੇ ਆਪਣੇ ਪੈਰ ਪਸਾਰੇ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੱਧ ਗਈ। ਅਸੀਂ ਆਪਣੀ ਗੱਲ ਕਹਿਣ ਲੱਗੇ ਇਹ ਦੇਖੀਏ ਵੀ ਮੇਰੀ ਕਹੀ ਹੋਈ ਗੱਲ ਦਾ ਇਟਲੀ ਦੇ ਬ੍ਰੇਸ਼ੀਆ ਸ਼ਹਿਰ ਦੇ ਵਿੱਚ ਬੈਠੇ ਇੱਕ ਪੰਜਾਬੀ ਉੱਤੇ ਵੀ ਅਸਰ ਹੋ ਸਕਦਾ, ਮੇਰੀ ਕਹੀ ਹੋਈ ਗੱਲ ਦਾ ਹਾਲੈਂਡ ਜਾਂ ਮਲੇਸ਼ੀਆ ਦੇ ਕਿਸੇ ਪਿੰਡ ਦੇ ਵਿੱਚ ਕੰਮ ਕਰਦੇ ਖੇਤੀ ਕਾਮੇ ਉੱਤੇ ਵੀ ਅਸਰ ਹੋ ਸਕਦਾ ਕਿ ਉਹਦੀ ਪਛਾਣ ਸਾਡੇ ਵਾਲੀ ਆ। ਲੇਕਿਨ ਮੈਨੂੰ ਇਸ ਗੱਲ ਦਾ ਦੁੱਖ ਬਹੁਤ ਲੱਗਦਾ ਕਈ ਵਾਰ ਕਿ ਸਾਡੇ ਭਾਈਚਾਰੇ ਵਿੱਚ ਵੀ ਜਿਹੜੇ ਲੋਕ ਜਦੋਂ ਧਾਰਮਿਕ ਰੰਗ ਦੇ ਵਿੱਚ ਰੰਗ ਕੇ, ਚਾਹੇ ਉਹ ਸਾਡੇ ਹਿੰਦੂ ਭਰਾ ਨੇ, ਚਾਹੇ ਉਹ ਮੁਸਲਮਾਨ ਭਰਾ ਨੇ, ਚਾਹੇ ਉਹ ਸਿੱਖ ਭਰਾ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੈਨੂਪੂਲੇਟ ਕਰਨਾ ਸ਼ੁਰੂ ਕਰ ਦਿੱਤਾ। ਪੱਤਰਕਾਰੀ ਦੇ ਵਿੱਚ ਤੁਸੀਂ ਧੜਾ ਨਹੀਂ ਪਗਾ ਸਕਦੇ, ਪੱਤਰਕਾਰੀ ਦਾ ਧਰਮ ਪਗਾਉਣਾ ਹੁੰਦਾ ਆ, ਜਿਹੜਾ ਕਿ ਅਸੀਂ ਕਾਫੀ ਹੱਦ ਤੱਕ ਪਗਾਉਣਾ ਬੰਦ ਕਰ ਦਿੱਤਾ। ਮੈਂ ਆਪਣੇ ਬਹੁਤ ਸਾਰੇ ਨੌਜਵਾਨਾਂ ਨੂੰ ਅਕਸਰ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ, ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਵੀ ਕੋਸ਼ਿਸ਼ ਕਰਦੇ ਹਾਂ ਕਿ ਅਧਿਐਨ ਕਰਕੇ, ਹੋਮਵਰਕ ਕਰਕੇ ਫਿਰ ਆਪਣੀ ਗੱਲ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਜਾ ਕੇ ਕਹੀਏ। ਲੇਕਿਨ ਸਾਡੇ ਕਈ ਜਿਹੜੇ ਡੱਬ ਜਿਹੜੇ ਨਵੇਂ ਚੱਲੇ ਜੀ ਚੈਨਲ, ਉਹਨਾਂ ਨੇ ਥੋੜੀ ਬਹੁਤ ਆਪਣੀ ਗੈਰ ਜ਼ਿੰਮੇਵਾਰੀ ਦਾ ਦਿਖਾਵਾ ਵੀ ਕੀਤਾ। ਇਹ ਠੀਕ ਹੈ, ਕਿਸਾਨ ਸੰਘਰਸ਼ ਨੂੰ ਵੱਡਾ ਠੁੰਮਣਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਜਿਹੜੇ ਚੈਨਲ ਉਹਨਾਂ ਨੂੰ ਮਿਲਿਆ। ਹੁਣ ਗੱਲ ਕਰੀਏ ਆਪਾਂ ਵਿਦੇਸ਼ਾਂ ਦੀ। ਵਿਦੇਸ਼ਾਂ ਦੇ ਵਿੱਚ ਬੈਂਸਵਾਲ ਸਾਹਿਬ ਸਾਡੇ ਕੋਲ ਇੰਨਾ ਸਮਾਂ ਤਾਂ ਨਹੀਂ ਕਿ ਅਸੀਂ ਫੁੱਲ ਟਾਈਮ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਈਏ ਮੀਡੀਆ ਦੇ ਪ੍ਰਤੀ। ਤੁਸੀਂ ਵੀ ਜਾਣਦੇ ਹੋ ਰੋਜ਼ੀ ਰੋਟੀ ਦੇ ਵਸੀਲੇ ਜਿਹੜੇ ਨੇ ਇਹਨਾਂ ਦੇ ਵਿੱਚੋਂ ਪੈਦਾ ਕਰਨੇ ਉਹਨੇ ਸੌਖੇ ਨਹੀਂ। ਲੇਕਿਨ ਇਹ ਜਿਹੜੀਆਂ ਚੁਣੌਤੀਆਂ ਨੇ, ਇਹਦੇ ਵਿੱਚੋਂ ਇੱਕ ਚੰਗੀ ਪੱਤਰਕਾਰੀ ਦੀ ਸੰਭਾਵਨਾ ਲੱਭਣੀ, ਉਹੀ ਸਾਡਾ ਧਰਮ ਆ ਤੇ ਉਹਦੇ ਉੱਤੇ ਅਸੀਂ ਪਹਿਰਾ ਦੇਣਾ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਮੇਰੇ ਤੋਂ ਵੱਡੇ ਨੇ ਉਹਨਾਂ ਨੂੰ ਵੀ, ਜਿਹੜੇ ਛੋਟੇ ਨੇ ਉਹਨਾਂ ਨੂੰ ਵੀ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰਕੇ ਪੂਰਾ ਅਧਿਐਨ ਕਰਕੇ ਕਿਸੇ ਵੀ ਮਾਮਲੇ ਦੇ ਵਿੱਚ, ਕਿਸੇ ਵੀ ਮੁੱਦੇ ਦੇ ਉੱਤੇ ਉਹਨਾਂ ਦਾ ਹੋਮਵਰਕ ਹੋਣਾ ਚਾਹੀਦਾ। ਜਿਵੇਂ ਰਾਜਾਂ ਦੀ ਖੁਦ ਮੁਖਤਿਆਰੀ, ਆਪਾਂ ਥੋੜਾ ਜਿਹਾ ਆਫ ਟਰੈਕ ਗੱਲ ਕਰਦੇ ਹਾਂ। ਜਦੋਂ ਸਾਨੂੰ ਤਿੰਨਾਂ ਨੂੰ ਫੇਸਬੁੱਕ ਦੇ ਉੱਤੇ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ, ਮੈਂ ਥੋੜਾ ਜਿਹਾ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਤੇ ਅਸਲ ਦੇ ਵਿੱਚ ਰਾਜਾਂ ਦੀ ਵੱਧ ਖੁਦ ਮੁਖਤਿਆਰੀ ਨੂੰ ਕਿੱਦਾਂ ਖਾਲਿਸਤਾਨ ਕਹਿ ਕੇ ਸਾਡੇ ਉੱਤੇ ਥੋਪਿਆ ਗਿਆ, ਇਹਦੇ ਉੱਤੇ ਕਦੀ ਚਰਚਾ ਬਹੁਤ ਘੱਟ ਹੋਈ ਪੱਤਰਕਾਰਾਂ ਦੇ ਖੇਤਰ ਦੇ ਵਿੱਚ। ਇਸੇ ਤਰ੍ਹਾਂ ਜਦ ਪਾਣੀ ਦੀ ਗੱਲ ਆਉਂਦੀ ਹੈ, SYL ਦੀ ਗੱਲ ਆਉਂਦੀ ਆ, ਜਾਂ ਈਵਨ ਰਾਜਾਂ ਦੀ GST ਦਾ ਬਕਾਇਆ ਮੋੜਨ ਦੀ ਗੱਲ ਆਉਂਦੀ ਆ, ਫੈਡਰਲ ਗੌਰਮੈਂਟ ਜਾਂ ਕੇਂਦਰ ਸਰਕਾਰ ਨੇ ਰਾਜਾਂ ਦੇ ਪੱਲੇ ਛੱਡਿਆ ਹੀ ਕੱਖ ਨਹੀਂ। ਲੇਕਿਨ ਮਾਫ਼ ਕਰਨਾ, ਸਾਡੀ ਜਿਹੜੀ ਪੱਤਰਕਾਰੀ ਆ ਉਹਨੇ ਇਹਨਾਂ ਮੁੱਦਿਆਂ ਉੱਤੇ ਅਧਿਐਨ ਬਹੁਤ ਘੱਟ ਕੀਤਾ, ਜਿਸ ਕਰਕੇ ਸ਼ਾਇਦ ਅਸੀਂ ਆਪਣੀ ਗੱਲ ਜਿਹੜੀ ਆ ਉਹ ਘਰੋੜ ਕੇ ਨਹੀਂ ਕਹਿ ਸਕੇ। ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤੀ ਦੌਰ 'ਚ ਪਿਛੋਕੜ ਪੁੱਛਿਆ ਇਹਨਾਂ ਮਾਮਲਿਆਂ ਦਾ, ਅਸੀਂ ਜਿਹੜਾ ਪਿਛੋਕੜ ਆ ਉਹਨੂੰ ਕਿਤੇ ਨਾ ਕਿਤੇ ਫੰਡ ਦੇ ਵਿੱਚ ਫੁੱਕ ਗਏ। ਸ਼ਾਇਦ ਇਸੇ ਕਰਕੇ ਉੱਪਰਲੀ ਸੱਤਾ ਦੇ ਉੱਤੇ ਜਿਹੜੀ ਪੱਤਰਕਾਰੀ ਹੋ ਰਹੀ ਆ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਭਗਵਾਂ ਕਰਨ ਵਾਲੇ ਜਾਂ ਹੋਰ ਜਿਹੜੇ ਲੋਕ ਨੇ ਇਹਨਾਂ ਨੂੰ ਜ਼ਿਆਦਾ ਹਵਾ ਮਿਲ ਰਹੀ ਆ। ਪਰਮਿੰਦਰ ਸਿੰਘ ਜੀ, ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਉਹਦੇ ਵਾਸਤੇ ਸਾਨੂੰ ਪੜ੍ਹਨਾ ਵੀ ਪਊ, ਉਹਦੇ ਵਾਸਤੇ ਸਾਨੂੰ ਸਮਾਂ ਵੀ ਲਾਉਣਾ ਪਊ। ਹੁਣ ਸਾਨੂੰ ਤਾਂ ਇਹ ਹੁੰਦਾ ਕਿ ਦੌੜ ਹੈ ਕਿ ਸਭ ਤੋਂ ਪਹਿਲਾਂ ਨਿਊਜ਼ ਬ੍ਰੇਕ ਕਿਹਨੇ ਕੀਤੀ। ਸਹੀ ਫੜਿਆ, ਬਿਲਕੁਲ ਸਹੀ ਫੜਿਆ। ਸਭ ਤੋਂ ਪਹਿਲਾਂ ਉਹ ਭਾਵੇਂ ਗਲਤੀ ਇਨਫੋਰਮੇਸ਼ਨ ਹੋਵੇ, ਉਹ ਇਨਫੋਰਮੇਸ਼ਨ ਹੀ ਬੇਸਿਕਲੀ ਉਹ ਮਿਸ ਇਨਫੋਰਮੇਸ਼ਨ ਹੁੰਦੀ ਹੈ, ਉਹ ਲੀਡ ਨਹੀਂ ਹੁੰਦਾ, ਉਹ ਮਿਸਲੀਡ ਹੁੰਦਾ। ਅਸਲ ਦੇ ਵਿੱਚ ਆ ਵੀ ਹੁਣ ਜਿਹੜਾ ਸੋਸ਼ਲ ਮੀਡੀਆ, ਮੰਨ ਲਓ ਮੇਰੀ ਫੇਸਬੁੱਕ ਹੈ, ਉਹਦੇ ਉੱਤੇ ਫੇਸਬੁੱਕ ਵਾਲ ਹੈ, ਉਹ ਮੇਰੀ ਹੈ। ਹੁਣ ਤੁਹਾਡੀ ਕੰਧ ਹੈ, ਤੁਹਾਡੀ ਕੰਧ ਦੇ ਪਿੱਛੇ ਚਿੱਟਾ ਰੰਗ ਹੈ, ਤੁਸੀਂ ਭਾਵੇਂ ਇਹਨੂੰ ਕੱਲ ਨੀਲਾ ਕਰ ਲਓ, ਮੈਂ ਕੌਣ ਆ ਵੀ ਕਹਿਣ ਵਾਲਾ। ਹੁਣ ਜੇ ਮੈਂ ਉੱਥੇ ਲਿਖ ਦਿੱਤਾ ਕਿ ਮੈਂ ਇਹ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਾ ਹਾਂ, ਤੁਸੀਂ ਮੰਨ ਲਓ ਉਹਦੇ ਹੱਕ ਚੋਂ ਤੁਸੀਂ ਆਪਣੀ ਫੇਸਬੁੱਕ ਵਾਲ ਤੇ ਜਾ ਕੇ ਲਿਖ ਲਓ ਕਿ ਮੈਂ ਇਹਨਾਂ ਦੀ ਹਮਾਇਤ ਕਰਦਾ ਹਾਂ, ਮੈਨੂੰ ਗਾਲਾਂ ਕੱਢਣ ਦਾ ਤਾਂ ਕੋਈ ਮਕਸਦ ਨਹੀਂ ਨਾ, ਉਹ ਮੇਰੇ ਖਿਆਲ ਸੀ। ਸਾਨੂੰ ਸਿਰਫ ਇੰਨੀ ਗੱਲ ਸਮਝ ਨਹੀਂ ਆਈ ਕਿ ਉਹ ਫੇਸਬੁੱਕ ਵਾਲ, ਜੇ ਅਸੀਂ ਆਪਣੀ ਕੰਧ ਤੇ ਕਿਸੇ ਨੇ ਫੀਡ ਦੀ ਮਸ਼ਹੂਰੀ ਵੀ ਕਰਨੀ ਹੈ, ਪਹਿਲਾਂ ਘਰਦਿਆਂ ਨੂੰ ਪੁੱਛਦਾ ਸੀ ਭਾਈ ਤੁਹਾਡੀ ਕੰਧ ਦੇ ਉੱਤੇ ਫਲਾਣੀ ਫੀਡ ਹੈ, ਅਸੀਂ ਉਹਦੀ ਮਸ਼ਹੂਰੀ ਕਰ ਦਈਏ। ਆ ਡਾਕਟਰ ਬਲਵਿੰਦਰ ਸਿੰਘ ਵਾਲੀਆ ਪੱਟੀ ਵਾਲੇ, ਇਹਨਾਂ ਦੀ ਮਸ਼ਹੂਰੀ ਕਰ ਦਈਏ। ਪਹਿਲਾਂ ਕੰਸੈਂਟ ਲੈਣਾ ਪੈਂਦਾ, ਪਰ ਆ ਫੇਸਬੁੱਕ ਦੇ ਉੱਤੇ ਜਾਂ ਹੋਰਾਂ ਤੇ ਅਸੀਂ ਕੰਸੈਂਟ ਕਿਸੇ ਦਾ ਲੈਂਦੇ ਹੀ ਨਹੀਂ। ਸਾਡੇ ਦਿਲ ਦੇ ਵਿੱਚ ਜਿਹੜਾ ਗੰਦ ਭਰਿਆ ਹੋਇਆ, ਦਿਮਾਗ 'ਚ ਜੋ ਵੀ ਹੈ ਲਿਖਣਾ ਸ਼ੁਰੂ ਕਰ ਦਿੰਦੇ ਆ।
YouTube ਦੇ ਉੱਤੇ ਹੁਣ ਆਪਣਾ ਪ੍ਰੋਗਰਾਮ ਬਿਲਕੁਲ ਚੱਲਦਾ ਜੀ, ਹੇਠਾਂ ਜੇ ਦਿਲ ਕੀਤਾ ਜੀ। ਕਿ ਇਹਨੂੰ ਗਾਲਾਂ ਕੱਢਣੇ 10 ਗਾਲਾਂ ਕੱਢ ਜਾਣੀਆਂ ਨੇ। ਉਹ ਭਰਾਵੋ ਤੁਹਾਡੀ ਜੀ। ਭੈਣ ਵੀ ਦੇਖਦੀ ਹੋ ਸਕਦੀ ਆ ਉਹਨੂੰ, ਤੁਹਾਡੀ ਮਾਂ ਵੀ ਦੇਖਦੀ ਹੋ ਸਕਦੀ ਆ ਉਹਨੂੰ। ਕੀ ਕਹਿਣ ਲੱਗੇ ਸੀ ਜੀ ਤੁਸੀਂ? ਮੈਂ ਕਹਿਣ ਲੱਗਾ ਸੀ ਤੁਸੀਂ ਆ ਨੁਕਤਾ ਸਹੀ ਫੜਿਆ, ਜਿਹੜਾ ਦਿਲ ਦੇ ਕਿਸੇ ਡੂੰਘੇ ਕੋਨੇ 'ਚ ਜਿਹੜਾ ਨਫ਼ਰਤ ਵਾਲਾ ਕਿਤੇ ਨਾ ਕਿਤੇ ਅਸੀਂ ਇੱਕ ਮਾਦਾ ਰੱਖੀ ਬੈਠੇ ਆ, ਪਾਲੀ ਬੈਠੇ ਆ ਨਾ। ਜਿਵੇਂ ਬਚਪਨ 'ਚ ਤੁਹਾਨੂੰ ਯਾਦ ਹੋਣਾ ਹੈ, ਜਦੋਂ ਅਸੀਂ ਤੁਸੀਂ ਕਦੇ ਕਦਾਈ ਬਾਪੂ ਦੀ ਇਜਾਜ਼ਤ ਲੈ ਕੇ ਟੀਵੀ ਦੇਖਦੇ ਹੁੰਦੇ ਸੀ ਤਾਂ ਉੱਥੇ ਮਸ਼ਹੂਰੀਆਂ ਆਉਂਦੀਆਂ ਹੁੰਦੀਆਂ ਸੀ, ਆਪਕੀ ਕਮੀਜ਼ ਮੇਰੀ ਕਮੀਜ਼ ਸੇ ਸਫੈਦ ਕੈਸੇ। ਜਾਂ ਇਹ ਕਹਿ ਲਓ ਵੀ ਸਾਨੂੰ ਸਮਾਜਿਕ ਵਰਤਾਰਿਆਂ ਦੇ ਵਿੱਚੋਂ ਜਦੋਂ ਕਿਤੇ ਕੋਈ ਕ੍ਰੀਤੀ ਦਿਸ ਪੈਣੀ ਤੇ ਅਸੀਂ ਆ ਕੇ ਮਾਂ ਦਾ ਗੋਡੇ ਮੁੱਢ ਬਹਿ ਕੇ ਕੋਈ ਗੱਲ ਕਹਿਣੀ ਵੀ ਮਾਂ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ ਸੀ। ਤੇ ਮਾਫ ਕਰਨਾ, ਬਹੁਤੀ ਵਾਰ ਸਾਡੀਆਂ ਮਾਵਾਂ ਇਹ ਕਹਿ ਕੇ ਸਾਨੂੰ ਸੇਫ ਕਰ ਲੈਂਦੀਆਂ ਸੀ ਵੀ ਤੈਨੂੰ ਕੀ। ਹੁਣ ਸਮਾਂ ਬਦਲ ਗਿਆ ਬੈਨੀਪਾਲ ਸਾਹਿਬ, ਹੁਣ ਅਸੀਂ ਏਦਾਂ ਨਹੀਂ ਛੱਡ ਸਕਦੇ ਕਿਸੇ ਵੀ ਘਟਨਾ ਚੱਕਰ ਨੂੰ ਮੈਨੂੰ ਕੀ ਕਹਿ ਕੇ ਛੱਡਿਆ ਨਹੀਂ ਜਾ ਸਕਦਾ। ਇਹਦੇ ਲਈ ਸਾਨੂੰ ਆਪਣੀ ਜਾਨ ਗਵਾਉਣ ਦੀ ਵੀ ਨਹੀਂ ਲੋੜ, ਜਿਹੜੀ ਤੁਸੀਂ ਇਸ਼ਾਰਾ ਕੀਤਾ ਇਹਦੇ ਲਈ ਅਸੀਂ ਭੰਗ ਤੇ ਭਾੜੇ ਆਪਣੀ ਜਾਨ ਕਿਉਂ ਗਵਾਈਏ। ਸਾਨੂੰ ਸੰਵਾਦ ਦੇ ਵਿੱਚ ਯਕੀਨ ਕਰਨਾ ਪਊਗਾ। ਸੋ ਦੂਜੀ ਧਿਰ ਭਾਵੇਂ ਕਿ ਗਿਣਤੀ 'ਚ ਵੱਡੀ ਹੋ ਸਕਦੀ ਆ, 80% 82% ਆંકੜੇ ਜੋ ਮਰਜ਼ੀ ਕਹੀ ਜਾਣ, ਲੇਕਿਨ ਮੇਰਾ ਇਹ ਪੂਰੀ ਠੁੱਕ ਦੇ ਨਾਲ ਮੰਨਣਾ ਕਿ ਆਪਣੀ ਹਰੇਕ ਬੰਦੇ ਦੀ ਡਿਗਨਿਟੀ ਆ, ਹਰੇਕ ਬੰਦੇ ਦੀ ਖੁਦਦਾਰੀ ਆ, ਉਹਨੂੰ ਦੀ ਖੁਦਦਾਰੀ ਦੇ ਨਾਲ ਜੀਣ ਦੀ ਆਦਤ ਪਾਉਣੀ ਪਊਗੀ। ਪਰ ਉਹਦੇ ਲਈ ਜਿਵੇਂ ਤੁਸੀਂ ਪਹਿਲਾਂ ਬੇਨਤੀ ਕੀਤੀ, ਉਹਦਾ ਅਧਿਐਨ, ਉਹਦਾ ਹੋਮਵਰਕ ਪੂਰਾ ਪ੍ਰੋਪਰ ਹੋਣਾ ਚਾਹੀਦਾ। ਜਿਹੜੇ ਵੀ ਮੁੱਦੇ ਤੇ ਉਹਨੇ ਗੱਲ ਕਰਨੀ ਆ ਉਹਦੇ ਕੋਲ ਜਸਟੀਫਿਕੇਸ਼ਨ ਹੋਵੇ ਕਿ ਉਹਨੇ ਦਲੀਲਾਂ ਕੀ ਦੇਣੀਆਂ ਨੇ ਆਪਣੀ ਗੱਲ ਸਹੀ ਸਿੱਧ ਕਰਨ ਦੇ ਲਈ। ਦੂਜੀ ਜਿਹੜੀ ਧਿਰ ਆ ਉਹ ਆਪਣੀਆਂ ਦਲੀਲਾਂ ਰੱਖੇ, ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ, ਉਹਦੇ ਥੱਲੇ ਤੁਸੀਂ ਦਲੀਲਾਂ ਦਿਓ ਆਪਣੀਆਂ ਕਿ ਹਾਂਜੀ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹ ਕਿਸਾਨਾਂ ਦੇ ਹੱਕ ਵਿੱਚ ਕਿਵੇਂ ਨੇ, ਤੇ ਅਸੀਂ ਆਪੇ ਦੱਸਾਂਗੇ ਕਿ ਉਹ ਵਿਰੋਧ ਵਿੱਚ ਕਿਵੇਂ ਨੇ। ਜਿਹੜੀ ਤੁਸੀਂ ਇਹੀ ਗੱਲ ਕੀਤੀ ਹੈ, ਤੁਸੀਂ ਦੇਖੋ 11-12 ਮੀਟਿੰਗਾਂ ਕਿਸਾਨ ਆਗੂ ਜਾ ਕੇ ਕਰਦੇ ਰਹੇ ਆ ਉਹਨਾਂ ਨਾਲ, ਉਹ ਆਪਣੇ ਤਰਕ ਤੇ ਦਲੀਲ ਹੀ ਰੱਖਦੇ ਸੀ। ਹੁਣ ਤੁਸੀਂ ਦੇਖੋ ਕਾਨੂੰਨ ਬਣਾਉਣ ਦੇ ਪਿੱਛੇ ਕਿੱਡੇ IAS ਅਫਸਰ, ਕਿੱਡੇ ਸੀਨੀਅਰ ਬੰਦੇ ਹੋਣਗੇ, ਡਰਾਫਟ ਕਰਦੇ ਨੂੰ ਪਤਾ ਨਹੀਂ 6 ਮਹੀਨੇ ਲੱਗੇ ਹੋਣਗੇ, ਪਤਾ ਨਹੀਂ ਸਾਲ ਲੱਗੇ ਹੋਣਗੇ। ਤਰਕ ਨਾਲ, ਦਲੀਲ ਨਾਲ ਕਿੰਨੀਆਂ ਗਲਤੀਆਂ ਕੱਢੇ ਆਏ। ਪਰ ਤੁਹਾਡੇ ਕੋਲ ਅਧਿਐਨ ਚਾਹੀਦਾ, ਉਸ ਖਿੱਤੇ ਦੀ ਪਕੜ ਚਾਹੀਦੀ ਹੈ, ਉਸ ਕਿੱਤੇ ਦੀ ਪਕੜ ਚਾਹੀਦੀ ਹੈ। ਤੁਸੀਂ ਗੱਲ ਪਹਿਲਾਂ ਆਪਣੇ ਭਾਈਚਾਰੇ ਦੀ ਕੀਤੀ ਹੈ, ਹੁਣ ਅੱਜ ਕੱਲ੍ਹ ਨਿਊਜ਼ ਪੜ੍ਹਦੇ ਬੰਦੇ ਐਂਕਰ ਘੱਟ ਲੱਗਦੇ ਆ, ਕਲਾਕਾਰ ਜ਼ਿਆਦਾ ਲੱਗਦੇ ਆ। ਸੋ ਦੋ ਚੀਜ਼ਾਂ ਵੱਖਰੀਆਂ ਨੇ, ਐਂਕਰ ਹੋਣਾ ਤੇ ਕਲਾਕਾਰ ਹੋਣਾ। ਖੈਰ ਹੁਣ ਆਪਾਂ ਫੇਰ ਉਸ ਮਸਲੇ ਵਾਲੇ ਪਾਸੇ ਆਈਏ ਕਿ ਨਿਊਜ਼ੀਲੈਂਡ ਦੇ ਵਿੱਚ ਹੇਟ ਕ੍ਰਾਈਮ ਦੀ ਜਿਹੜੀ ਸਭ ਤੋਂ ਵੱਡੀ ਉਦਾਹਰਨ ਦਿੱਤੀ ਜਾ ਸਕਦੀ ਹੈ, ਮੇਰੇ ਖਿਆਲ ਦੇ ਵਿੱਚ ਉਹ ਕਿਸੇ ਤੋਂ ਭੁੱਲੀ ਨਹੀਂ ਕਿ ਕ੍ਰਾਈਸਟ ਚਰਚ ਦੇ ਵਿੱਚ ਕੀ ਹੋਇਆ ਸੀ। ਉਹ ਵੀ ਉਦੋਂ ਬੈਨੀਪਾਲ ਸਾਹਿਬ ਜਦੋਂ ਨਿਊਜ਼ੀਲੈਂਡ ਨੂੰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਸ਼ਾਂਤੀ ਪਸੰਦ ਮੁਲਕ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੀ। ਗੁਆਂਢ ਮੁਲਕ ਆਸਟ੍ਰੇਲੀਆ ਦੇ ਇੱਕ ਸਿਰਫਿਰੇ ਗੋਰੇ ਨੇ ਪਹਿਲਾਂ ਨਿਸ਼ਾਨਦੇਹੀ ਕੀਤੀ। ਨਿਸ਼ਾਨਦੇਹੀ ਕਰਕੇ ਸਾਡੇ ਇਸਲਾਮਿਕ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਜਦੋਂ ਸ਼ੁੱਕਰਵਾਰ ਨੂੰ ਨਜ਼ਰਾਨਾ ਅਕੀਦਤ ਆਪਣੇ ਖੁਦਾਵੰਦ ਨੂੰ ਦੇ ਰਹੇ ਸਨ ਔਰ ਐਨ ਉਸ ਵਕਤ ਉਹਨੇ ਆ ਕੇ ਉਹ ਹਮਲਾ ਕੀਤਾ। ਤੇ ਮੈਂ ਯਾਦ ਕਰਾਉਣਾ ਚਾਹਾਂਗਾ 15 ਮਾਰਚ ਨੂੰ ਉਸ ਜਿਹੜਾ ਹਮਲਾ ਹੈ ਜੀ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀ ਬਰਸੀ ਮਨਾਈ ਗਈ। 2 ਸਾਲ ਹੋ ਗਿਆ ਜੀ ਬੈਨੀਪਾਲ ਸਾਹਿਬ। ਬੜਾ ਦੁੱਖ ਦਾ ਵਾਇਸ ਆ। ਸਾਰੀ ਦੁਨੀਆ ਦੇ ਵਿੱਚ ਵਸੇ ਜਿਹੜੇ ਲੋਕ ਨੇ, ਮੈਂ ਨਹੀਂ ਜਾਣਦਾ ਕਿ ਮੈਂ ਘੱਟ ਗਿਣਤੀ ਤੇ ਵੱਧ ਗਿਣਤੀ ਵਾਲੇ ਲੋਕਾਂ ਨੂੰ ਕਿਵੇਂ ਸੰਬੋਧਨ ਕਰਾਂ, ਲੇਕਿਨ ਮੌਤ ਦੀ ਪਰਿਭਾਸ਼ਾ ਮਰਦਮਸ਼ੁਮਾਰੀ ਦੇ ਰਜਿਸਟਰਾਂ ਦੇ ਵਿੱਚ ਇੱਕੋ ਜਿਹੀ ਲਿਖੀ ਜਾਂਦੀ ਹੈ, ਚਾਹੇ ਉਹ ਪਰਮਿੰਦਰ ਸਿੰਘ ਹੋਵੇ, ਚਾਹੇ ਉਹ ਇਸਲਾਮ ਮੁਹੰਮਦ ਹੋਵੇ, ਚਾਹੇ ਕੋਈ ਹੋਵੇ ਜੀ। ਅੱਛਾ ਹੁਣ ਮੈਨੂੰ ਇਹ ਦੱਸਿਓ, ਜਦੋਂ ਆਹ ਘਟਨਾ ਸਾਹਮਣੇ ਆਈ, ਸੋਸ਼ਲ ਮੀਡੀਆ ਦੇ ਉੱਤੇ ਜ਼ਹਿਰ ਉਗਲਿਆ ਜਾਣ ਲੱਗਿਆ, ਉਹਦੇ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ, ਇੱਕ ਵਿਅਕਤੀ ਦੀ ਗ੍ਰਿਫਤਾਰੀ ਤੇ 9 ਦੀ ਜਾਂਚ ਚੱਲ ਰਹੀ ਹੈ। ਆਮ ਭਾਈਚਾਰਾ ਕਿਵੇਂ ਰਿਐਕਟ ਕਰ ਰਿਹਾ ਜੀ ਇਹਦੇ ਤੇ? ਆਮ ਭਾਈਚਾਰਾ ਵਧਾਈ ਸੰਦੇਸ਼ ਭੇਜ ਰਿਹਾ ਜੀ। ਉਹ ਕਹਿੰਦੇ ਬਹੁਤ ਵੱਡੀ ਜਿੱਤ ਆ। ਨਿਊਜ਼ੀਲੈਂਡ ਵਰਗੇ ਛੋਟੇ ਮੁਲਕ ਦੇ ਵਿੱਚ ਅਸੀਂ ਕਦੇ ਏਦਾਂ ਨਹੀਂ ਸੀ ਸੋਚਿਆ ਕਿ ਪੁਲਿਸ ਇੰਨੀ ਮੁਸਤੈਦੀ ਨਾਲ, ਇੰਨੀ ਬਰੀਕ ਨਜ਼ਰ ਰੱਖ ਕੇ ਇਹਨਾਂ ਲੋਕਾਂ ਦੀ ਜਾਂਚ ਕਰੂਗੀ ਤੇ ਅਰੈਸਟ ਕਰੂਗੀ, ਕਿਉਂਕਿ ਇਸ ਤੋਂ ਪਹਿਲਾਂ ਵਰਬਲ ਵਾਰਨਿੰਗ ਦਿੱਤੀ ਜਾਂਦੀ ਰਹੀ ਆ ਜਿੰਨੇ ਵੀ ਕੇਸ ਹੋਏ ਆ। ਇਹ ਪਹਿਲਾ ਇੱਕ ਨਵੇਕਲਾ ਕੇਸ ਆ ਜਿਹਦੇ ਵਿੱਚ ਬਕਾਇਦਾ ਇੱਕ ਬੰਦਾ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਦੇ ਤੇ ਚਾਰਜਸ ਲੱਗਣੇ ਜੀ। ਕੋਰਟ ਵੱਲੋਂ ਮੈਨੂੰ 1-2 ਦਿਨਾਂ ਦੇ ਵਿੱਚ ਅਪਡੇਟ ਆ ਜਾਣੀ ਆ। ਜਿਹੜੇ ਵੀ ਵਿਕਟਮ ਹੁੰਦੇ ਜੀ, ਤੁਸੀਂ ਜਾਣਦੇ ਹੀ ਹੋ, ਉਹਨਾਂ ਨੂੰ ਅਪਡੇਟ ਜਿਹੜੀ ਕੋਰਟ ਵੱਲੋਂ ਕੌਨਫੀਡੈਂਸ਼ੀਅਲ ਜਿਹੜੀ ਆਉਂਦੀ ਹੁੰਦੀ ਆ ਜੀ। ਤੋ ਮੈਂ ਬੜਾ ਆਸਵੰਦ ਆ ਜੀ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਇਹ ਤੇ ਕੁਛ ਨਹੀਂ ਕਹਿਣਾ ਚਾਹੁੰਦਾ, ਨਾ ਕਿਸੇ ਧਰਮ ਦੇ ਖਿਲਾਫ, ਕਿਉਂਕਿ ਸਾਡਾ ਸਾਰਿਆਂ ਦਾ ਪਾਲਣ ਪੋਸ਼ਣ ਜਿਹੜਾ ਉਹ ਬੜੇ ਸਰਬ-ਸਾਂਝੇ ਮਾਹੌਲ ਦੇ ਵਿੱਚ ਹੋਇਆ ਔਰ ਅਸੀਂ ਪੀਸ ਐਂਡ ਹਾਰਮਨੀ ਜਾਂ ਸਦਭਾਵਨਾ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਹਾਂ। ਇੱਕ ਪ੍ਰਵਾਸੀ ਦੇ ਤੌਰ ਤੇ ਨਹੀਂ ਤਾਂ ਇੰਨੀਆਂ ਪ੍ਰਾਪਤੀਆਂ ਕੋਈ ਵੀ ਫਿਰਕਾ ਜਾਂ ਕੋਈ ਵੀ ਇੱਕ ਕੈਟਾਗਰੀ ਦੇ ਲੋਕ ਜਿਹੜੇ ਉਹ ਨਹੀਂ ਕਰ ਸਕਦੇ। ਉਹ ਜਦੋਂ ਰੜਕਣ ਲੱਗ ਪੈਂਦੇ ਨੇ ਜੀ ਬੰਦੇ ਲੋਕਾਂ ਨੂੰ, ਫਿਰ ਉਹਦਾ ਐਂਡ ਰਿਜ਼ਲਟ ਕਿਤੇ ਨਾ ਕਿਤੇ ਜਿਹੜੀ ਦਿਲ ਦੇ ਡੂੰਘੇ ਕੋਨੇ 'ਚ ਨਫ਼ਰਤ ਜਾਂ ਫਿਰਕਾ ਪ੍ਰਾਸਤੀ ਭਰੀ ਪਈ ਆ, ਉਹ ਫਿਰ ਬੋਲਦੀ ਜੀ ਅਸਲ 'ਚ। ਜੀ ਮੈਨੂੰ ਇਹ ਦੱਸਿਓ,
ਹਾਲੇ ਮੈਨੂੰ ਲੱਗਦਾ ਕਿਉਂਕਿ ਕਈ ਵਾਰੀ ਆਪਾਂ ਇਹਨਾਂ ਮੁਲਕਾਂ 'ਚ ਵੇਖਦੇ ਹਾਂ ਕਿ ਜਿੰਨੀ ਦੇਰ ਤੱਕ ਪੁਲਿਸ ਵੱਲੋਂ ਦੱਸਿਆ ਨਹੀਂ ਜਾਂਦਾ ਉਨੀ ਦੇਰ ਮੀਡੀਆ ਕਈ ਵਾਰੀ ਕਿਸੇ ਵਿਅਕਤੀ ਦਾ ਭਾਵੇਂ ਉਹ ਅਰੈਸਟ ਕਿਉਂ ਨਾ ਕਰ ਲਿਆ ਗਿਆ ਹੋਵੇ, ਚਾਰਜ ਵੀ ਕਿਉਂ ਨਾ ਕਰ ਲਿਆ ਗਿਆ ਹੋਵੇ, ਕਈ ਵਾਰੀ ਪਬਲਿਕ ਦੇ ਤੌਰ ਤੇ ਮੀਡੀਆ ਦੇ ਵਿੱਚ ਬੈਨ ਲਾ ਦਿੱਤਾ ਜਾਂਦਾ ਕਿ ਪਬਲਿਕਲੀ ਉਸ ਵਿਅਕਤੀ ਦਾ ਨਾਮ ਦੱਸਿਆ ਨਹੀਂ ਜਾ ਸਕਦਾ। ਹਾਲੇ ਪਬਲਿਕਲੀ ਇਸ ਗੱਲ ਤੇ ਬੈਨ ਲੱਗਿਆ ਹੋਇਆ ਕਿ ਉਸ ਵਿਅਕਤੀ ਦਾ ਨਾਮ ਦੱਸਣਾ ਹੈ ਜਾਂ ਹਾਲੇ ਡਿਸਕਲੋਜ਼ ਨਹੀਂ ਕੀਤਾ ਗਿਆ ਜੀ? ਹਾਲੇ ਡਿਸਕਲੋਜ਼ ਨਹੀਂ ਕੀਤਾ ਗਿਆ ਜੀ, ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ ਇਹ ਭਾਰਤੀ ਮੂਲ ਦਾ ਵਿਅਕਤੀ ਆ ਔਰ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਫੇਸਬੁੱਕ ਦੇ ਉੱਤੇ। ਪਹਿਲਾਂ ਵੀ ਇਹ ਆਪਣੇ ਆਪ ਨੂੰ ਇਹਨੇ ਧਰਮ ਰੱਖਿਅਕ ਲਿਖਿਆ ਹੋਇਆ ਜੀ ਆਪਣੀ ਪ੍ਰੋਫਾਈਲ ਦੇ ਉੱਤੇ। ਤੁਸੀਂ ਲਿਖਿਆ ਹੋਇਆ ਨਾ ਵੀ ਮੈਂ ਮੀਡੀਆ ਪਰਸਨ ਆ ਜਾਂ ਮੈਂ ਲਿਖਿਆ ਵੀ ਮੈਂ ਪੁਲਿਸ ਦਾ ਐਡਵਾਈਜ਼ਰ ਆ, ਤੇ ਇਹ ਜਿਹੜਾ ਭੱਦਰ ਪੁਰਸ਼ ਹੈ ਇਹਨੇ ਲਿਖਿਆ ਹੋਇਆ ਕਿ ਮੈਂ ਧਰਮ ਰੱਖਿਅਕ ਆ। ਨਹੀਂ, ਉੱਥੇ ਗਲਤੀ ਕਰ ਗਿਆ ਆਪਾਂ ਪਰਮਿੰਦਰ ਸਿੰਘ ਜੀ। ਉਹਨੇ ਇੱਕ ਵਿਸ਼ੇਸ਼ ਧਰਮ ਦੇ ਰੱਖਿਅਕ ਦੀ ਗੱਲ ਕੀਤੀ ਆ, ਉਹ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਵਾਲੀ ਫਿਲਾਸਫੀ ਨਹੀਂ ਕਿ ਕਿਸੇ ਧਰਮ ਨੂੰ ਜ਼ਰੂਰਤ ਪੈ ਗਈ ਤੇ ਮੈਂ ਅੱਜ ਮਨੁੱਖਤਾ ਦੇ ਵਾਸਤੇ ਖੜਾ ਹਾਂ, ਮਨੁੱਖਤਾ ਦੇ ਵਾਸਤੇ ਲੜਾਂਗਾ ਨਾ। ਉਹ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰ ਰਿਹਾ ਹੁਣ। ਬਿਲਕੁਲ ਜੀ, ਉਹ ਜਿਹੜੀ ਸਭ ਤੋਂ ਵੱਧ ਮਕਬੂਲ ਭਾਸ਼ਾ ਭਾਰਤ ਦੇ ਵਿੱਚ ਉਸ ਭਾਸ਼ਾ 'ਚ ਲਿਖਿਆ ਹੋਇਆ। ਸੋ ਹੁਣ ਮੈਨੂੰ ਇਹ ਦੱਸਿਓ, ਬਹੁਤ ਸਾਰੇ ਦਰਸ਼ਕ ਹੁੰਦੇ ਨੇ ਅਕਸਰ ਜਾਣਨਾ ਚਾਹੁੰਦੇ ਹੈ ਕਿਉਂਕਿ ਇਹ ਗੱਲ ਮੰਨਣੀ ਪਏਗੀ। ਮੈਂ ਬੀਤੇ ਦਿਨਾਂ ਦੇ ਵਿੱਚ ਜ਼ਿਕਰ ਕਰ ਰਿਹਾ ਸੀ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋ ਕੇ ਹਟਿਆ, ਉਹਦੇ ਵਿੱਚ ਜ਼ਿਕਰ ਤਾਂ ਇਹ ਹੋਣਾ ਚਾਹੀਦਾ ਸੀ ਕਿ ਸਾਡੇ ਬੱਚੇ 10+2 ਕਰਦੇ ਆ, ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ ਤੇ ਕੋਈ ਬਰਤਾਨੀਆ ਵੱਲੋਂ ਵਹੀਰਾਂ ਕਿਉਂ ਘੱਟਦਾ? ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਮੱਸਿਆ ਹੈ ਜਾਂ ਪੜ੍ਹਨ ਤੋਂ ਬਾਅਦ ਉਹ ਬੇਰੁਜ਼ਗਾਰੀ ਨੂੰ ਸਾਹਮਣਾ ਕਰਦੇ ਹੈ? ਪਰ ਨਿਊਜ਼ੀਲੈਂਡ ਉਹਨਾਂ ਮੁਲਕਾਂ ਵਿੱਚੋਂ ਇੱਕ ਮੁਲਕ ਹੈ ਜਿਸ ਨੇ ਸਾਡੇ ਬੱਚਿਆਂ ਨੂੰ ਬਹੁਤ ਸਥਾਨ ਦਿੱਤਾ ਤੇ ਖੁੱਲੀਆਂ ਬਾਹਾਂ ਦੇ ਨਾਲ ਮਾਣ ਸਤਿਕਾਰ ਦਿੱਤਾ ਹੈ, ਜੀਆਂ ਨੂੰ ਆਖਿਆ। ਬਹੁਤ ਸਾਰੇ ਬੱਚੇ ਹੋਣਗੇ, ਮਾਪੇ ਹੋਣਗੇ ਜਿਹੜੇ ਉਡੀਕ ਵਿੱਚ ਹੋਣਗੇ ਕਿ ਕਦੋਂ ਖੁੱਲ੍ਹਾਂ ਮਿਲਣ, ਕਦੋਂ ਢਿੱਲਾਂ ਮਿਲਣ। ਕੀ ਸਥਿਤੀ ਹੈ ਜੀ ਇਸ ਵਕਤ? ਇਸ ਵਕਤ ਹਾਲਾਤ ਬਹੁਤ ਬਦਤਰ ਨੇ ਜੀ। ਮੈਨੂੰ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ। ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਮੇਰੇ ਦੂਸਰੇ ਫੋਨ ਤੇ ਮੈਸੇਂਜਰ ਉੱਤੇ ਹਾਲੇ ਵੀ ਉੱਥੇ ਜਿਹੜੇ ਆਫਸ਼ੋਰ ਸਟੱਕ ਨੇ ਸਾਡੇ ਮਾਈਗ੍ਰੈਂਟਸ, ਕੋਈ ਵਰਕ ਪਰਮਿਟ ਦੇ ਉੱਤੇ ਹੈ, ਕੋਈ ਸਟੂਡੈਂਟ ਵੀਜ਼ੇ ਦੇ ਉੱਤੇ ਹੈ। ਬੈਨੀਪਾਲ ਸਾਹਿਬ, ਜਿਨੀ ਦਿਨੀ ਕਰੋਨਾ ਸ਼ੁਰੂ ਹੋਇਆ ਨਾ, ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ, ਕੋਈ 10 ਦਿਨਾਂ ਵਾਸਤੇ ਇੰਡੀਆ ਗਿਆ ਸੀ ਆਪਣੇ ਬਿਮਾਰ ਪਿਤਾ ਨੂੰ ਦੇਖਣ, ਕੋਈ 15 ਦਿਨਾਂ ਲਈ ਗਿਆ ਸੀ ਕੜਮਾਈ ਕਰਾਉਣ, ਤੇ ਕੋਈ ਜ਼ਮੀਨ ਦੇ ਕਾਗਜ਼ ਆਪਣੇ ਨਾਂ ਕਰਾਉਣ ਲਈ 5 ਦਿਨਾਂ ਲਈ ਗਿਆ ਸੀ, ਉਹ ਸਾਰੇ ਵਿਚਾਰੇ ਉੱਥੇ ਸਟੱਕ ਹੋ ਗਿਆ ਜੀ। ਔਰ ਉਹਨਾਂ ਨੂੰ ਇੱਥੇ ਵਾਪਸ ਲਾਉਣ ਦੇ ਵਿੱਚ ਨਿਊਜ਼ੀਲੈਂਡ ਦੀ ਸਰਕਾਰ ਨੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ। ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਰੋਨਾ ਦੀ ਆੜ ਹੇਠ ਸਰਕਾਰਾਂ ਨੇ ਆਪਣੇ ਏਜੰਡੇ ਬਹੁਤ ਬੁਰੀ ਤਰ੍ਹਾਂ ਲਾਗੂ ਕੀਤੇ, ਉਹਨਾਂ ਦੇ ਚਿਹਰੇ ਨੰਗੇ ਹੋ ਗਏ। ਬੈਨੀਪਾਲ ਸਾਹਿਬ ਤੋਂ ਬੜੇ ਦੁੱਖ ਦੇ ਨਾਲ ਗੱਲ ਕਹਿਣੀ ਪੈ ਰਹੀ ਆ। ਹਾਲੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਕਨੋਮਿਕ ਕੋਮੋਡਿਟੀ ਦੇ ਤੌਰ ਤੇ, ਆਰਥਿਕਤਾ ਨੂੰ ਠੁੰਮਣਾ ਦੇਣ ਦੇ ਲਈ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਉੱਲੂ ਬੋਲਦੇ ਸੀ ਉਦੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿ ਦਿੱਤਾ ਗਿਆ। ਲੇਕਿਨ ਜਦੋਂ ਯੂਨੀਵਰਸਿਟੀਆਂ ਨੂੰ ਰੰਗ ਰੋਗਨ ਹੋ ਗਏ, ਜਦੋਂ ਸਾਰਾ ਸਿਸਟਮ ਪੈਰਾਂ ਤੇ ਆ ਗਿਆ, ਇਨਫਰਾਸਟਰਕਚਰ ਨੂੰ ਪੈਸੇ ਦੀ ਜਿਹੜੀ ਲੋੜ ਸੀ ਉਹ ਪੂਰੀ ਹੋ ਗਈ, ਉਸ ਤੋਂ ਬਾਅਦ ਉਹਨਾਂ ਨੇ ਸਾਡੇ ਜਿਹੜੇ ਖਾਸ ਤੌਰ ਤੇ ਇਕੱਲੇ ਭਾਰਤੀ ਨਹੀਂ ਜੀ, ਬਹੁਤ ਸਾਰੇ ਵੱਖ-ਵੱਖ ਮੁਲਕਾਂ ਤੋਂ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਏ ਹੋਏ ਸਨ, ਉਹਨਾਂ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਔਰ ਹਾਲੇ ਵੀ ਜਾਰੀ ਹੈ। ਅੱਛਾ, ਮੈਂ ਇੱਥੇ ਵੀ ਵੇਖਦਾ ਸੀ ਕਿ ਜਿਹੜੇ ਬੱਚੇ ਆਏ ਨੇ ਵਿਚਾਰੇ ਕੰਮ ਵੀ ਕਰਦੇ ਨੇ, ਪੜ੍ਹਾਈ ਵੀ ਕਰਦੇ ਨੇ, ਸਖਤ ਕਮਾਈਆਂ ਤੇ ਸਖਤ ਪੜ੍ਹਾਈਆਂ, ਨਾ ਬਾਪੂ ਕੋਲੇ ਹੈ ਨਾ ਮਾਂ ਕੋਲੇ ਹੈ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹਾਲਾਤ ਇਹ ਹੁੰਦੇ ਨੇ ਕਿ ਪਾਣੀ ਦਾ ਗਲਾਸ ਵੀ ਕਿਸੇ ਨੇ ਲਿਆ ਕੇ ਦੇਣਾ, ਇੱਥੇ ਬਹੁਤ ਔਖਾ, ਮਿਹਨਤਾਂ ਬੜੀਆਂ ਕਰਨੀਆਂ ਪੈਂਦੀਆਂ ਨੇ। ਫਿਰ ਕਿਤੇ ਜਾ ਕੇ 2 ਵਕਤ ਦੀ ਰੋਟੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਬੜੀ ਸੁਖਾਲੀ ਹੋਣੀ ਹੈ, ਪੰਜਾਬ ਵਿੱਚ ਬੈਠਿਆਂ ਨੂੰ ਇਹ ਲੱਗਦਾ ਹੁੰਦਾ ਕਿ ਮੁੰਡਾ ਕੁੜੀ ਨਿਊਜ਼ੀਲੈਂਡ ਚਲੇ ਗਿਆ ਤੇ ਉਹ ਸੈੱਟ ਹੈ। ਮੈਂ ਬੜੀ ਵਾਰੀ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਿੰਡ ਜਾ ਕੇ ਪੁੱਛਿਆ, ਮੁੰਡਾ ਜੀ ਸਾਡਾ ਚਲਿਆ ਗਿਆ, ਉਹ ਤਾਂ ਸੈੱਟ ਹੋ ਗਿਆ ਜੀ। ਮੈਂ ਕਿਹਾ ਕਿੰਨੇ ਚਿਰ ਹੋ ਗਏ? ਉਹਨੂੰ ਤਾਂ 2 ਮਹੀਨੇ ਹੋ ਗਏ ਜੀ। ਉਹ ਮੈਂ ਕਿਹਾ ਮੈਂ 20-22 ਸਾਲ ਦਾ, ਮੈਂ ਤਾਂ ਸੈੱਟ ਨਹੀਂ ਹੋਇਆ ਹਾਲੇ। ਇਹ ਸੈੱਟ ਇੰਨਾ ਸੁਖਾਲਾ ਨਹੀਂ ਕਿ ਤੁਸੀਂ ਜਾ ਕੇ ਬੰਬੇ ਕਲਕੱਤੇ ਉਤਰੇ, ਇਸ ਤਰ੍ਹਾਂ ਦੇ ਸ਼ਹਿਰ ਨੇ ਉਹ, ਉੱਥੇ ਜਾ ਕੇ ਤੁਸੀਂ ਸੋਚਦੇ ਹੋ ਕਿ ਉਤਰਨ ਸਾਰ ਬੱਚਾ ਜਾਂ ਮੁੰਡਾ ਜਾਂ ਸਾਡੀ ਧੀ ਉੱਥੇ ਸੈੱਟ ਹੋ ਗਈ। ਸੈੱਟ ਹੋਣ ਨੂੰ ਸਮਾਂ ਲੱਗਦਾ ਹੈ, ਉੱਥੇ ਦੇ ਸਿਸਟਮ ਦੇ ਵਿੱਚ ਢਲਣ ਨੂੰ ਸਮਾਂ ਲੱਗਦਾ ਹੈ। ਹੁਣ ਜਿਹੜਾ ਇੱਥੇ ਭਾਈਚਾਰਾ ਰਹਿੰਦਾ, ਅਸੀਂ ਇੱਥੇ ਦੇਖਿਆ ਕਿ ਸਟੂਡੈਂਟਾਂ ਦੀ ਪਹਿਲਾਂ ਪਹਿਲ ਕੁਝ ਇੱਕ ਨੇ ਮੁਖਾਲਫਤ ਵੀ ਕੀਤੀ, ਪਰ ਵੱਡੀ ਪੱਧਰ ਤੇ ਗੁਰਦੁਆਰਾ ਸਾਹਿਬਾਨਾਂ ਨੇ, ਹੋਰ ਸੁਸਾਇਟੀਆਂ ਨੇ ਉਹਨਾਂ ਦੀ ਮਦਦ ਵੀ ਕੀਤੀ ਹੈ ਇਸ ਕਰੋਨਾ ਦੇ ਦਿਨਾਂ ਦੇ ਵਿੱਚ। ਕਹਿੰਦੇ ਮਾੜਾ ਵਕਤ ਵੀ ਚੰਗਾ ਹੀ ਹੁੰਦਾ, ਸਭ ਦੀ ਪਰਖ ਕਰਾ ਜੇ। ਪਰਖੇ ਗਏ ਆ ਲੋਕ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ। ਆਮ ਜਿਹੜਾ ਭਾਈਚਾਰਾ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ, ਉਹ ਵਿਦਿਆਰਥੀਆਂ ਦੇ ਤੰਗੀ ਦੇ ਦਿਨ ਨੇ, ਵਿਚਾਰੇ ਫੀਸਾਂ ਫੂਸਾਂ ਵੀ ਕਿੱਥੋਂ ਕਮਾਉਂਦੇ ਹੋਣਗੇ, ਕੰਮ ਟੁੱਟੇ ਛੁੱਟੇ ਆ ਲੋਕਾਂ ਦੇ। ਭਾਈਚਾਰਾ ਕਿਵੇਂ ਉਹਨਾਂ ਦੀ ਸਪੋਰਟ ਕਰ ਰਿਹਾ ਜੀ? ਕੋਈ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੈਨੂੰ ਇਹ ਗੱਲ ਦਾ ਬਹੁਤ ਮਾਣ ਆ, ਮੈਂ ਜਿਸ ਮੁਲਕ ਦਾ ਵਸਨੀਕ ਆ ਨਾ, ਇੱਥੇ ਸਿੱਖ ਅਵੇਅਰ ਨਾਂ ਦੀ ਇੱਕ ਸੰਸਥਾ ਆ ਜਿਹਨੇ ਵਿਦਿਆਰਥੀਆਂ ਦੀਆਂ ਫੀਸਾਂ, ਉਹਨਾਂ ਦੇ ਕਿਰਾਏ, ਉਹਨਾਂ ਦੀਆਂ ਗੱਡੀਆਂ ਦੀਆਂ ਰਜਿਸਟ੍ਰੇਸ਼ਨ ਤੱਕ ਅਦਾ ਕੀਤੀਆਂ। ਸੁਪਰੀਮ ਸਿੱਖ ਸੁਸਾਇਟੀ ਨੇ ਇਕੱਲੇ ਆਪਣੇ ਭਾਈਚਾਰੇ 'ਚ ਹੀ ਨਹੀਂ, ਵਾਈਡਰ ਕਮਿਊਨਿਟੀ ਦੇ ਵਿੱਚ 70,000
70,000 ਕਹਿ ਰਿਹਾ ਜੀ ਮੈਂ, ਕਿਉਂਕਿ ਸਾਡੇ ਛੋਟੇ ਮੁਲਕ ਦੇ ਹਿਸਾਬ ਨਾਲ 70,000 ਵੱਡੀ ਗਿਣਤੀ ਆ। ਉਹਦੇ ਵੱਡੀ ਵਿੱਚ ਗਿਣਤੀ ਹੈ। ਫੂਡ ਰਾਸ਼ਨ ਦੇ ਪੈਕਟ ਨੇ ਉਹ ਵੰਡੇ ਗਏ ਜੀ। ਇਹਨਾਂ ਹੀ ਨਹੀਂ, ਲੋਕਾਂ ਨੂੰ ਜਿਨ੍ਹਾਂ ਨੂੰ ਰਹਿਣ ਨੂੰ ਥਾਂ ਨਹੀਂ, ਜਿਨ੍ਹਾਂ ਦੇ ਲਈ ਕੋਈ ਹੋਰ ਸਮੱਸਿਆ ਸੀ ਵੀ ਡਾਕਟਰਾਂ ਦੇ ਲਿਜਾਣ ਲਈ ਉਹਨਾਂ ਕੋਲ ਟੈਕਸੀ ਜੋਗੇ ਪੈਸੇ ਨਹੀਂ, ਉਹਨਾਂ ਦੇ ਲਈ ਸਾਡੇ ਜਿਹੜੇ ਪੰਜਾਬੀ ਮੂਲ ਦੇ ਵਲੰਟੀਅਰ ਆ ਉਹ ਬਹੁਤ ਵੱਡੇ ਤੌਰ ਤੇ ਸੇਵਾ ਨਿਭਾਉਂਦੇ ਰਹੇ ਤੇ ਹਲੇ ਵੀ ਨਿਭਾ ਰਹੇ ਆ। ਕਿਸੇ ਵੀ ਇੱਦਾਂ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਵੇਲੇ ਲੋਕਾਂ ਦਾ ਫੋਟੋਆਂ ਕਰਾਉਣ ਤੱਕ ਦਾ ਜਿਹੜਾ ਚਾਅ ਉਹ ਵੱਖਰਾ ਹੁੰਦਾ, ਲੇਕਿਨ ਉਹਨੂੰ ਉਸੇ ਤਨਦੇਹੀ ਦੇ ਨਾਲ ਬਰਕਰਾਰ ਰੱਖਣਾ ਇਹ ਸਾਡੇ ਇਸ ਮੁਲਕ ਵਿੱਚ ਵਸਦੇ ਸਿੱਖਾਂ ਦੇ ਹਿੱਸੇ ਆਇਆ, ਜਿਸ ਗੱਲ ਦਾ ਮੈਨੂੰ ਬਹੁਤ ਫਖਰ ਹੈ ਜੀ। ਸੋ ਜਿਹੜੇ ਦਰਸ਼ਕ ਇਸ ਵਕਤ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ, ਹੁਣ ਇਹ ਨਹੀਂ ਪਤਾ ਕਿ ਕਿੱਥੇ ਕਿੱਥੇ ਬੈਠੇ ਦਰਸ਼ਕਾਂ ਨੇ ਇਸ ਨੂੰ ਵੇਖ ਲੈਣਾ, ਕਿਹਨੇ ਇਹਦੇ ਵਿੱਚੋਂ ਕੋਈ ਚੰਗੀ ਲੱਗਦੀ ਗੱਲ ਨੂੰ ਕਲਿੱਪ ਕੱਟ ਕੇ ਅੱਗੇ ਭੇਜ ਦੇਣਾ। ਸੋ ਜਾਣ ਤੋਂ ਪਹਿਲਾਂ ਜਿੰਨੇ ਦਰਸ਼ਕ ਇਸ ਵਕਤ ਆਪਾਂ ਨੂੰ ਦੇਖ ਰਹੇ ਨੇ, ਉਹਨਾਂ ਨੂੰ ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ ਕੁਝ ਸੁਨੇਹਾ ਦੇਣਾ ਚਾਹੁੰਦੇ ਹੋਵੋ, ਕਿਉਂਕਿ ਬਹੁਤ ਸਾਰੇ ਲੋਕ ਉਡੀਕ ਵਿੱਚ ਬੈਠੇ ਹੋਣਗੇ ਕਿ ਅਸੀਂ ਪੁੱਤ ਧੀ ਨੂੰ ਨਿਊਜ਼ੀਲੈਂਡ ਭੇਜਣਾ ਜਾਂ ਕਿਸੇ ਦਾ ਆਇਆ ਹੋਇਆ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ? ਮੈਂ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਹੈ ਬੈਨੀਪਾਲ ਸਾਹਿਬ, ਇਹ ਤੋਂ ਬਾਅਦ ਬਸ ਝੱਗਾ ਬਦਲ ਕੇ ਤਾਂ ਅਸੀਂ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ। ਅੱਛਾ ਜੀ। ਸਾਡੇ ਬਹੁਤ ਵੱਡਾ ਸਮਾਗਮ ਹੈ ਟਾਕਰੇਨੀ ਗੁਰੂ ਘਰ ਵਿਖੇ, ਸਿੱਖ ਸਪੋਰਟਸ ਕੰਪਲੈਕਸ ਜਿਹੜਾ ਉਹ ਲੋਕ ਅਰਪਿਤ ਕੀਤਾ ਜਾਣਾ ਹੈ ਵਾਈਡਰ ਕਮਿਊਨਿਟੀ ਨੂੰ ਜੀ। ਤੇ ਉਹਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਆ ਰਹੀ ਹੈ ਤੇ 6 ਹੋਰ ਮੰਤਰੀ ਆ ਰਹੇ ਨੇ। ਉਹਨਾਂ ਨੂੰ ਅਸੀਂ ਇੱਕ ਮੈਮੋਰੰਡਮ ਤਿਆਰ ਕੀਤਾ, ਬਹੁਤ ਵਧੀਆ ਢੰਗ ਦੇ ਨਾਲ ਫਾਰਮੈਟ ਕੀਤਾ, ਬੜੀ ਮਿਹਨਤ ਕਰਕੇ। ਉਹਦੇ ਵਿੱਚ ਅਸੀਂ ਜਿਹੜੇ ਆਫਸ਼ੋਰ ਸਟੱਕ ਮਾਈਗ੍ਰੈਂਟਸ ਨੇ ਜਾਂ 11 ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਜਿਹੜੇ ਸਾਡੇ ਵਿਦਿਆਰਥੀ ਨੇ, ਜਿਹੜੇ ਵਰਕ ਪਰਮਿਟ ਤੇ ਉਹਨਾਂ ਦਾ ਬੜੇ ਚਿਰਾਂ ਤੋਂ ਕੇਸ ਲੰਮਕ ਰਹੇ ਨੇ, ਪਾਰਟਨਰਸ਼ਿਪ ਵੀਜ਼ੇ ਦੇ ਵਿੱਚ ਲੋਕ ਆਪਣੀਆਂ ਚੂੜੇ ਵਾਲਿਆਂ ਨੂੰ ਉਡੀਕੀ ਜਾਂਦੇ ਆ, ਉਹ ਸਾਰਾ ਜਿਹੜਾ ਸਿਸਟਮ ਹੈ ਉਹ ਲਿੰਗਰ ਔਨ ਹੋ ਗਿਆ। ਉਹਦੇ ਲਈ ਬਹਾਨਾ ਘੜਿਆ ਗਿਆ ਕੋਰੋਨਾ ਦਾ, ਤੇ ਹੁਣ ਅਸੀਂ ਪ੍ਰਧਾਨ ਮੰਤਰੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ। ਬੜਾ ਸੋਲਿਡ ਮੰਗ ਪੱਤਰ ਹੈ ਜੀ ਇਹੋ, ਕਿ ਜਿਹਦੇ ਵਿੱਚ ਸਾਡੀਆਂ ਸਾਰੀਆਂ ਕੈਟੇਗਰੀਜ਼ ਜਿਹੜੀਆਂ ਇਹਨਾਂ ਨੂੰ ਰਿਵਿਊ ਕੀਤਾ ਜਾਵੇ, ਤੇ ਨਾਲ ਨਾਲ ਜਿਹੜਾ ਹੇਟ ਸਪੀਚ ਵਾਲਾ ਮਾਮਲਾ ਜੀ, ਇਹਨੂੰ ਲੈ ਕੇ ਸਖਤ ਕਾਨੂੰਨ ਜਿਹੜਾ ਆ ਸਿਲੈਕਟ ਕਮੇਟੀ ਦੇ ਥਰੂ, ਪਹਿਲਾਂ ਸਿਲੈਕਟ ਕਮੇਟੀ ਕੋਲ ਜਾਣਾ ਸਾਰਾ ਖਰੜਾ ਹੋ, ਤੇ ਉਹ ਤੋਂ ਬਾਅਦ ਉੱਤੇ ਲੋਕਾਂ ਦੀ ਰਾਏ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਮੁਲਕ ਦੇ ਵਿੱਚ, ਜੇ ਜਿਵੇਂ ਤੁਸੀਂ ਜ਼ਿਕਰ ਕੀਤਾ, ਸਾਡੇ ਜਿਹੜੇ ਲੋਕ ਨੇ ਉਹ ਇੰਨੀ ਮਿਹਨਤ ਕਰਦੇ ਨੇ, ਸਾਨੂੰ ਆਪਣੇ ਹਿੱਸੇ ਦੀ ਭਾਈਵਾਲੀ ਜਿਹੜੀ ਹੈ ਉਹ ਪੂਰੀ ਖੁਦਦਾਰੀ ਨਾਲ, ਪੂਰੀ ਸੈਲਫ ਰਿਸਪੈਕਟ ਨਾਲ ਚਾਹੀਦੀ ਹੈ। ਤੇ ਦੂਜੀ ਗੱਲ ਜਿਹੜੀ, ਮੈਂ ਆਮ ਲੋਕ ਜਿਵੇਂ ਹੁਣ ਤੁਸੀਂ ਆ, ਮੈਂ ਆ, ਅਸੀਂ ਸਧਾਰਨ ਕਿਸਾਨ ਪੁੱਤਰ ਆ, ਇਹ ਠੀਕ ਆ, ਕੁਦਰਤ ਨੇ ਸਾਡੀ ਡਿਊਟੀ ਲਾਤੀ ਜਿਹੜੀ ਅਸੀਂ ਨਿਭਾ ਰਹੇ ਹਾਂ ਰਾਈਟ ਨਾਓ। ਇਤਨਾ ਕਿਸੇ ਸ਼ਾਇਰ ਦਾ ਬਹੁਤ ਸੋਹਣਾ ਸ਼ੇਰ ਆ, ਮੈਂ ਉਹਦੇ ਨਾਲ ਖਤਮ ਕਰਨਾ ਚਾਹੂੰਗਾ ਕਿ ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾ ਦਈਏ, ਚਲੋ ਹੁਣ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾ ਦਈਏ, ਜ਼ਿੰਦਗੀ ਨੂੰ ਕੰਪਲੀਕੇਟਡ ਨਾ ਬਣਾਈਏ, ਜ਼ਿੰਦਗੀ ਨੂੰ ਸੁਖਾਲਾ ਬਣਾਈਏ। ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਦਾ ਮਕਸਦ ਅਸਲ 'ਚ ਸਾਡਾ ਜਿਹੜਾ ਸੀ ਉਹ ਇਹ ਸੀ ਕਿ ਅਸੀਂ ਵਿਸ਼ਵ ਵਿਆਪੀ ਨਾਗਰਿਕ ਬਣ ਸਕੀਏ, ਨਾਗਰਿਕ ਹੋਣ ਦੀ ਜ਼ਿੰਮੇਵਾਰੀ ਨੂੰ ਨਿਭਾ ਸਕੀਏ, ਅਗਲੀ ਪੀੜ੍ਹੀ ਤੱਕ ਕਰ ਸਕੀਏ। ਤੇ ਉਹਦੇ ਤੇ ਆਪਾਂ ਫੋਕਸ ਕਰੀਏ ਤਾਂ ਜ਼ਿਆਦਾ। ਸੋ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਜੀ, ਤੁਸੀਂ ਕੀਮਤੀ ਜਾਣਕਾਰੀ ਦਰਸ਼ਕਾਂ ਦੇ ਨਾਲ ਦਿੱਤੀ ਹੈ, ਕਿਉਂਕਿ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਫਸਟ ਹੈਂਡ ਇਨਫੋਰਮੇਸ਼ਨ ਦਰਸ਼ਕਾਂ ਤੱਕ ਪੁੱਜਦੀ ਕੀਤੀ ਜਾਵੇ। ਕਈ ਵਾਰੀ ਮਜਬੂਰੀਆਂ ਵੀ ਹੁੰਦੀਆਂ ਨੇ ਕਿ ਅਖਬਾਰ ਦੇ ਵਿੱਚੋਂ ਖਬਰ ਪੜ੍ਹ ਕੇ ਕਈ ਵਾਰੀ ਉਹ ਜਾਣਕਾਰੀ ਪੂਰੀ ਨਹੀਂ ਮਿਲਦੀ ਕਿ ਅਸਲ ਦੇ ਵਿੱਚ ਧਰਾਤਲ ਕੀ ਕਹਿੰਦਾ, ਜ਼ਮੀਨੀ ਹਕੀਕਤ ਕੀ ਹੁੰਦੀ ਹੈ। ਕਿਉਂਕਿ ਤੁਹਾਡੇ ਨਾਲ ਇਹ ਸਿੱਧਾ ਤਾਲੁਕ ਵੀ ਰੱਖਦਾ ਮਾਮਲਾ ਸੀ, ਇਸ ਕਰਕੇ ਕੋਸ਼ਿਸ਼ ਕੀਤੀ ਕਿ ਤੁਹਾਡੇ ਨਾਲ ਸਿੱਧੀਆਂ ਤਾਰਾਂ ਕਿਉਂ ਨਾ ਜੋੜੀਆਂ ਜਾਣ। ਖੈਰ, ਚਿੰਤਾ ਦਾ ਵਿਸ਼ਾ ਹੈ, ਪਰ ਉਮੀਦ ਹੈ ਕਿ ਇਹਨਾਂ ਮੁਲਕਾਂ ਦਾ ਤੇ ਉਸ ਮੁਲਕ ਦਾ ਫਰਕ ਇਹੋ ਹੀ ਹੈ ਕਿ ਦੋਸ਼ੀ ਤੱਕ ਹੱਥ ਵੀ ਛੇਤੀ ਪਾ ਲਿਆ ਜਾਂਦਾ ਤੇ ਪੜਤਾਲ ਕਰਨ ਤੋਂ ਬਾਅਦ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਂਦਾ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੀ ਮਾੜੀ ਖਬਰ ਮੁੜ ਨਿਊਜ਼ੀਲੈਂਡ ਜਾਂ ਕਿਸੇ ਵੀ ਧਰਤੀ ਦੇ ਹਿੱਸੇ ਦੇ ਵਿੱਚੋਂ ਨਾ ਆਵੇ। ਪ੍ਰੋਗਰਾਮ ਦੌਰਾਨ ਸ਼ਾਮਲ ਹੋਣ ਵਾਸਤੇ ਤੇ ਇਹਨਾਂ ਕੀਮਤੀ ਵਿਚਾਰਾਂ ਦੇ ਵਾਸਤੇ ਤੁਹਾਡਾ ਧੰਨਵਾਦ। ਕਿਸੇ ਦਿਨ ਫਿਰ ਤੁਹਾਨੂੰ ਇਸੇ ਤਰ੍ਹਾਂ ਦੁੱਖ ਦਿਆਂਗੇ ਜੀ, ਤਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਕੱਢ ਕੇ ਦੇ ਸਕੋ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਬੈਨੀਪਾਲ ਸਾਹਿਬ, ਮੌਕਾ ਦੇਣ ਲਈ ਬਹੁਤ ਧੰਨਵਾਦ, ਤੁਹਾਡੀ ਸਾਰੀ ਟੀਮ ਦਾ ਬਹੁਤ ਸ਼ੁਕਰੀਆ। ਧੰਨਵਾਦ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਚੇਚੇ ਤੌਰ ਤੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਹੋਰੀ ਪ੍ਰੋਗਰਾਮ ਦੌਰਾਨ ਸ਼ਾਮਲ ਹੋਏ ਨੇ। ਕੀਮਤੀ ਗੱਲਾਂ ਬਾਤਾਂ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਦੇਖੋ ਕਿ ਦੁਨੀਆ ਦੇ ਕਿਸੇ ਹੋਰ ਕੋਨੇ ਬੈਠੇ ਹੋ ਸਕਦਾ ਤੁਹਾਡਾ ਲਾਈਫ ਪਾਰਟਨਰ ਹਾਲੇ ਉਡੀਕ ਕਰ ਰਿਹਾ ਕਿ ਨਿਊਜ਼ੀਲੈਂਡ ਕਦੋਂ ਜਾਵਾਂਗਾ ਜਾਂ ਜਾਵਾਂਗੀ, ਉੱਥੇ ਬੈਠਾ ਵੀ ਇਸੇ ਤਰ੍ਹਾਂ ਉਡੀਕ ਕਰ ਰਿਹਾ ਹੋਵੇਗਾ। ਪਰ ਤੁਹਾਡੀ ਉਸ ਮਜਬੂਰੀ ਨੂੰ ਸਮਝਦੇ ਹੋਏ ਤੁਸੀਂ ਦੇਖੋ ਕਿ ਉਹਨਾਂ ਨੇ ਦੱਸਿਆ ਕਿ ਉੱਥੋਂ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇੱਕੋ ਮੰਗ ਪੱਤਰ ਦੇਣ ਜਾ ਰਹੇ ਸੀ ਕਿ ਨਹੀਂ ਭਾਈ, ਇਹ ਸਮਾਂ ਕਰੋਨਾ ਕਾਲ ਦਾ ਚੱਲ ਰਿਹਾ ਭਾਵੇਂ, ਪਰ ਇਹਨੂੰ ਬਹਾਨਾ ਬਣਾ ਕੇ ਪਰਿਵਾਰਾਂ ਨੂੰ ਇੱਕ ਦੂਸਰੇ ਨਾਲੋਂ ਨਖੇੜਿਆ ਨਾ ਜਾਵੇ। ਇਹਦੇ ਨਾਲ ਹੀ ਜਿਹੜੀ ਹੇਟ ਕ੍ਰਾਈਮ ਦੀ ਗੱਲ ਚੱਲ ਰਹੀ ਹੈ ਕਿ ਕਾਨੂੰਨ ਕਿਤੇ ਬਣੇ ਨੇ, ਲਾਗੂ ਕੀਤੇ ਹੋਏ ਨੇ, ਸੰਘਰਸ਼ ਕਿਤੇ ਚੱਲ ਰਿਹਾ ਹੈ, ਪਰ ਨਫ਼ਰਤ ਕਿਤੇ ਹੋਰ ਫੈਲਾਈ ਜਾ ਰਹੀ ਹੈ। ਤੇ ਦੂਸਰੀ ਗੱਲ ਜਿਹੜੀ ਸੋਸ਼ਲ ਮੀਡੀਆ ਨੂੰ ਲੈ ਕੇ ਉਹਨਾਂ ਨੇ ਕੀਤੀ ਹੈ,
ਆਪਾਂ ਇਸ ਟੂਲ ਦੇ ਹਾਣ ਦੇ ਬਣੀਏ। ਇਹ ਬਹੁਤ ਤਾਕਤਵਰ ਟੂਲ ਹੈ, ਬਹੁਤ ਸੁਚੱਜੇ ਤਰੀਕੇ ਨਾਲ ਉਹ ਗੱਲਾਂ ਬਾਤਾਂ ਸਮਝਾ ਕੇ ਗਏ ਹੈ। ਜੇਕਰ ਤੁਹਾਨੂੰ ਇਹ ਅੱਜ ਦੀ ਮੁਲਾਕਾਤ ਚੰਗੀ ਲੱਗੀ ਹੈ, ਆਉਣ ਵਾਲੇ ਦਿਨਾਂ ਵਿੱਚ ਤੁਸੀਂ ਚਾਹੁੰਦੇ ਹੋ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ, ਤਾਂ ਜ਼ਰੂਰ ਦੱਸਿਓ, ਤਾਂ ਕਿ ਆਉਣ ਵਾਲੇ ਪ੍ਰੋਗਰਾਮਾਂ ਦੌਰਾਨ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਤੋਂ ਇਸੇ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਰਹੀਏ। ਆਪਣੀ ਟਿੱਪਣੀ ਕਮੈਂਟ ਦੇ ਰੂਪ ਵਿੱਚ ਕਮੈਂਟ ਬਾਕਸ ਵਿੱਚ ਛੱਡਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣਾ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।